सतनाम श्री वाहिगुरु जी। हम भीखक पेखारी तेरे, तू निज पत है दाता। हो दयाल नाम देहो मंगत जन को, सदा रहो रंग राता। हूँ बलिहारै जाओ साचे तेरे नाम विटहो, करण कारण सबना का एको, अवर न दूजा कोई। बहुते फेर पे कृपन को, अब किश कृपा कीजै। हो दयाल दर्शन देहो अपना, ऐसी बख्श करीजै। भणत नानक भरम पट खूले, गुर प्रसादी जानिया। साची लिव लागी है भीतर, सतगुर स्यों मन मानिया। सतनाम श्री वाहिगुरु जी। माज महला पंजवा। कौन सो मुक्ता कौन सो जुगता, कौन सो ज्ञानी कौन सो बक्ता। कौन सो मुक्ता कौन सो जुगता। वाहिगुरु जी का खालसा, वाहिगुरु जी की फतेह। सतगुरां दी साजी नवाजी परम सन्मानयोग साध संगत जी, हजूर दी कृपालता दा सदका जो सतगुरां दी ਅੰਮ੍ਰਿਤਮਈ पावन पवित्र ਧੁਰ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 131 ਅੰਗ ਤੱਕ ਇਹ ਹੁਣ ਤੱਕ ਵਿਚਾਰ ਪਹੁੰਚੀ ਹੈ। ਔਰ ਮਾਝ ਰਾਗ ਅੰਦਰ ਜੋ ਅਸ਼ਟਪਦੀਆਂ ਹਨ ਸਤਿਗੁਰਾਂ ਦੀਆਂ ਉਚਾਰਨ ਕੀਤੀਆਂ ਹੋਈਆਂ, ਹੁਣ ਤੱਕ 35 ਅਸ਼ਟਪਦੀਆਂ ਦੀ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਸਤਿਗੁਰੂ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ ਤੇ ਸੁਣੀਏ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਅਤੇ ਨਿਮਰਤਾ ਦੀ ਅਹੁਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ। ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਇਹ ਕੁਝ ਪ੍ਰਸ਼ਨਵਾਚਕ ਬਚਨ ਹਨ। ਅੱਧੀ ਅਸ਼ਟਪਦੀ ਦੇ ਅੰਦਰ 4 ਪਦਿਆਂ ਦੇ ਅੰਦਰ ਪ੍ਰਸ਼ਨ ਹਨ ਅਤੇ ਅਗਲੇ 4 ਪਦਿਆਂ ਅੰਦਰ ਇਹਨਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਹਨ। ਹਜ਼ੂਰ ਕਹਿੰਦੇ ਨੇ ਕੌਣ ਸੋ ਮੁਕਤਾ, ਉਹ ਕੌਣ ਵਿਅਕਤੀ ਹੈ ਜੋ ਮੁਕਤ ਰੂਪ ਹੈ, ਬੰਧਨਾਂ ਤੋਂ ਖਲਾਸ ਹੈ, ਸੁਤੰਤਰ ਹੈ, ਆਜ਼ਾਦ ਹੈ, ਜਿਸ ਨੂੰ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਮਰਨ ਦੇ ਵਿਕਾਰਾਂ ਦੇ ਕੋਈ ਬੰਧਨ ਨਹੀਂ ਹਨ, ਜਿਸ ਦੇ ਬੰਧਨ ਖਤਮ ਹੋ ਗਏ, ਉਹ ਕੌਣ ਹੈ। ਕੌਣ ਸੋ ਜੁਗਤਾ, ਤੇ ਵਾਹਿਗੁਰੂ ਪਰਮਾਤਮਾ ਦੇ ਅੰਦਰ ਜੁਗਤਾ ਦਾ ਅਰਥ ਹੈ ਜੁੜਿਆ ਹੋਇਆ। ਵਾਹਿਗੁਰੂ ਪਰਮਾਤਮਾ ਦੇ ਅੰਦਰ ਜੁੜਿਆ ਹੋਇਆ ਜੋਗੀ, ਮਤਲਬ ਜੋਗੀ ਸ਼ਬਦ ਇੱਥੋਂ ਬਣਿਆ। ਜੁਗਤ ਜੋਗ ਜੁੜਨਾ, ਵਿਜੋਗ ਵਿਛੜਨਾ ਤੇ ਜੋਗ ਤੋਂ ਸੰਜੋਗ ਫਿਰ ਸ਼ਬਦ ਬਣ ਗਿਆ। ਇਸ ਪ੍ਰਕਾਰ ਜੋਗ ਦੇ ਅਰਥ ਹੀ ਨੇ ਜੁੜਨਾ। ਕੌਣ ਹੈ ਸੋ ਜੁੜਿਆ ਹੋਇਆ ਵਾਹਿਗੁਰੂ ਦੇ ਨਾਲ। ਕੌਣ ਸੋ ਗਿਆਨੀ, ਇਹ ਭਾਈ ਕੌਣ ਹੈ ਜੋ ਪਰਮਾਤਮਾ ਨਾਲ ਜਾਣ ਪਛਾਣ ਜਿਸ ਨੇ ਕਰ ਲਈ ਹੈ। ਪਰਮਾਤਮਾ ਦਾ ਜੋ ਗਿਆਨੀ ਹੈ, ਇੱਕ ਹੁੰਦਾ ਅੱਖਰਾਂ ਦਾ ਗਿਆਨੀ, ਅੱਖਰ ਪੜ੍ਹੇ ਹੋਏ ਨੇ, ਅੱਖਰਾਂ ਦਾ ਗਿਆਨ ਹੈ, ਤੇ ਇੱਕ ਪਰਮਾਤਮਾ ਦੇ ਸਰੂਪ ਦਾ ਜਿਸ ਨੇ ਗਿਆਨ ਪ੍ਰਾਪਤ ਕੀਤਾ, ਜਿਸ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਵਾਹਿਗੁਰੂ ਦਾ ਗਿਆਨੀ, ਵਾਹਿਗੁਰੂ ਨੂੰ ਜਿਸ ਨੇ ਜਾਣ ਲਿਆ, ਪਰਮਾਤਮਾ ਨਾਲ ਜਿਸ ਦੀ ਜਾਣ ਪਛਾਣ, ਜਿਸ ਦੀ ਡੂੰਘੀ ਸਾਂਝ ਪੈ ਗਈ, ਉਹ ਕੌਣ ਹੈ ਜੀ। ਕੌਣ ਸੋ ਬਖਤਾ, ਕੌਣ ਹੈ ਜੋ ਵਾਹਿਗੁਰੂ ਦਾ ਜਸ ਬੋਲਣ ਵਾਲਾ ਹੈ। ਬਖਤਾ ਅਸਲ ਵਿੱਚ ਬਖਣਾ ਫਾਰਸੀ ਭਾਸ਼ਾ ਦਾ ਸ਼ਬਦ ਹੈ। ਗਲਤ ਮਤ ਬਖੇ, ਭਈ ਮਤ ਗਲਤ ਬੋਲੋ। ਇਹ ਬਖਣਾ ਸ਼ਬਦ ਬੁਰਾ ਨਹੀਂ ਹੈ, ਵੈਸੇ ਸਿਰਫ ਭਾਸ਼ਾ ਦਾ ਅੰਤਰ ਹੈ। ਕਥਨ ਕਰਨਾ, ਬਖਤਾ ਬੋਲਣਾ, ਬਖਣਾ ਬੋਲਣਾ ਤੇ ਬਖਤਾ ਬੋਲਣ ਵਾਲਾ। ਭਾਵ ਕੌਣ ਹੈ ਜੋ ਵਾਹਿਗੁਰੂ ਦਾ ਜਸ ਬੋਲਣ ਵਾਲਾ, ਪਰਮਾਤਮਾ ਦੀ ਵਿਚਾਰ ਬੋਲਣ ਵਾਲਾ ਹੈ। ਕੌਣ ਸੋ ਗਿਰਹੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ। ਕੌਣ ਹੈ ਜੋ ਸੁਚੱਜਾ ਗ੍ਰਸਤੀ ਹੈ। ਇੱਥੇ ਇਕੱਲਾ ਗ੍ਰਸਤੀ ਨਹੀਂ, ਗ੍ਰਸਤੀ ਤਾਂ ਬਹੁਤ ਲੋਕ ਨੇ।
ਅਸਲ ਵਿੱਚ ਜੋ ਗ੍ਰਸਤ ਵਿੱਚ ਸਫਲ ਹੈ, ਘਰ-ਬਾਰੀ ਹੈ, ਪਰ ਸਫਲਤਾਪੂਰਵਕ, ਕਿਉਂਕਿ ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਸ ਪ੍ਰਕਾਰ ਕੌਣ ਸੋ ਗਿਰਹੀ, ਜਿਹੜਾ ਪ੍ਰਮਾਤਮਾ ਨੂੰ ਪ੍ਰਵਾਨ ਚੜ੍ਹ ਜਾਏ। ਐਸਾ ਸੁਚੱਜਾ ਗ੍ਰਸਤੀ ਕੌਣ ਹੈ? ਕੌਣ ਹੈ ਜੋ ਸੰਸਾਰ ਵੱਲੋਂ ਉਦਾਸੀ ਹੈ? ਇਹ ਜ਼ਰੂਰੀ ਨਹੀਂ ਕਿ ਉਹ ਜੰਗਲ 'ਚ ਵੱਸਦਾ ਹੋਵੇ, ਨਹੀਂ, ਪ੍ਰਮਾਤਮਾ ਵੱਲੋਂ, ਪ੍ਰਮਾਤਮਾ ਨਾਲ ਜੁੜਿਆ ਹੋਇਆ ਤੇ ਸੰਸਾਰ ਵੱਲੋਂ ਬੈਰਾਗੀ ਹੋਵੇ, ਯਾਨੀ ਉਦਾਸੀ, ਉਪਰਾਮਤਾ ਜਿਸ ਨੂੰ ਪ੍ਰਾਪਤ ਹੈ। ਕੌਣ ਸੋ ਕੀਮਤ ਪਾਏ ਜੀਓ। ਐਸਾ ਕੌਣ ਵਿਅਕਤੀ ਹੈ ਜੋ ਮਨੁੱਖਾ ਜਨਮ ਦੀ ਕਦਰ ਪਾ ਸਕਦਾ ਹੈ। ਦੂਸਰਾ ਅਰਥ ਹੈ, ਐਸਾ ਕੌਣ ਹੈ ਜੋ ਪਰਮਾਤਮਾ ਦੀ ਕੀਮਤ, ਪਰਮਾਤਮਾ ਦਾ ਮੁੱਲ ਪਾ ਸਕਦਾ ਹੋਵੇ। ਇਹ ਦੋਵੇਂ ਅਰਥ ਸਮਝ ਲੈਣੇ। ਇੱਕ ਤਾਂ ਮਨੁੱਖਾ ਜਨਮ ਦੀ ਕੀਮਤ, ਮਤਲਬ ਇਹਦੀ ਕਦਰ ਪਾਉਣੀ, ਤੇ ਦੂਸਰਾ ਹੈ ਕੀਮਤ ਵਾਹਿਗੁਰੂ ਦੀ ਪਾਉਣੀ। ਕੌਣ ਹੈ ਐਸਾ ਜੋ ਕੀਮਤ ਪਾ ਸਕੇ? ਕਿਨ ਬਿਧ ਬੱਧ, ਅਗਲਾ ਪ੍ਰਸ਼ਨ ਹੈ, ਕਿਸ ਵਿਧੀ ਨਾਲ ਇਹ ਜੀਵ ਬੰਨ੍ਹਿਆ ਜਾਂਦਾ ਹੈ? ਜੰਮਣ ਮਰਨ ਦੇ ਬੰਧਨਾਂ 'ਚ, ਤੇ ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨਾਂ 'ਚ, ਵਿਕਾਰਾਂ ਦੇ ਬੰਧਨਾਂ 'ਚ। ਕਿਨ ਵਿਧ ਛੂਟਾ, ਤੇ ਕਿਸ ਵਿਧੀ ਦੇ ਨਾਲ ਛੁੱਟਿਆ ਜਾਂਦਾ ਬੰਧਨਾਂ ਤੋਂ? ਕਿਸ ਵਿਧੀ ਨਾਲ ਕੋਈ ਛੁੱਟਿਆ ਹੈ? ਕਿਨ ਵਿਧ ਆਵਣ ਜਾਵਣ ਟੂਟਾ, ਤੇ ਕਿਹੜੀਆਂ ਵਿਧੀਆਂ ਦੇ ਨਾਲ ਆਉਣਾ ਜਾਣਾ ਟੁੱਟ ਜਾਏ। ਆਉਣਾ ਜਾਣਾ ਮਤਲਬ ਮੁੱਕ ਜਾਂਦਾ ਹੈ, ਉਹ ਕਿਹੜੀ ਵਿਧੀ ਹੈ? ਕੌਣ ਕਰਮ, ਕੌਣ ਨਿਹ ਕਰਮਾ, ਕੌਣ ਹੈ ਜੋ ਸ਼ੁਭ ਕਰਮਾਂ 'ਚ ਲੱਗਾ ਹੋਇਆ, ਜਿਸ ਦਾ ਕਰਮ ਸਫਲ ਆਵੇ? ਕਿਹੜਾ ਕਰਮ ਹੈ ਜਿਸ ਕਰਕੇ ਛੁੱਟ ਸਕੀਏ? ਕਿਹੜਾ ਕਰਮ ਹੈ ਜੋ ਸਫਲਾ ਹੋਵੇ, ਜਿਸ ਤਰ੍ਹਾਂ ਸਾਡਾ ਜੀਵਨ ਸਫਲਾ ਹੋਵੇ? ਤੇ ਕੌਣ ਨਿਹ ਕਰਮਾ, ਕੌਣ ਹੈ ਜੋ ਕਰਮ ਕਰਦਾ ਹੋਇਆ ਨਿਰਲੇਪ ਹੋਵੇ, ਨਿਸ਼ਕਰਮ ਹੋਵੇ, ਕਰਮ ਕਰਤ ਹੋਵੇ ਨਿਹ ਕਰਮ। ਐਸਾ ਕੌਣ ਹੈ? ਔਰ ਕੌਣ ਸੋ ਕਹੈ ਕਹਾਏ ਜੀਓ, ਕੌਣ ਹੈ ਜੋ ਕਹਿੰਦਾ ਹੈ ਪਰਮਾਤਮਾ ਦੇ ਜਸ ਨੂੰ ਤੇ ਹੋਰਨਾਂ ਤੋਂ ਕਹਾਉਂਦਾ? ਐਸਾ ਕੌਣ ਵਿਅਕਤੀ ਹੈ ਜੀ? ਹੁਣ ਅਗਲੇ ਪ੍ਰਸ਼ਨ, ਕੌਣ ਸੋ ਸੁਖੀਆ, ਇਸ ਜਹਾਨ ਅੰਦਰ ਕੌਣ ਹੈ ਜੋ ਸੁਖੀ ਹੋਵੇ? ਕੌਣ ਸੋ ਦੁਖੀਆ, ਤੇ ਕੌਣ ਕਿਹੜਾ ਵਿਅਕਤੀ ਹੈ ਜੋ ਦੁਖੀ ਰਹਿੰਦਾ, ਦੁੱਖ ਦੇ ਸਹਿਤ ਹੈ? ਕੌਣ ਸੋ ਸਨਮੁਖ, ਕੌਣ ਵੇ ਮੁਖੀਆ, ਕਿਹੜਾ ਵਿਅਕਤੀ ਹੈ ਜਿਸ ਨੂੰ ਪ੍ਰਮਾਤਮਾ ਦੇ ਸਨਮੁਖ ਕਿਹਾ ਜਾਏ, ਤੇ ਉਹ ਕੌਣ ਹੈ ਜੋ ਬੇਮੁਖ ਆਖਿਆ ਜਾਵੇ? ਕਿਨ ਵਿਧ ਮਿਲੀਆ, ਕਿਹੜੀਆਂ ਵਿਧੀਆਂ ਨਾਲ ਜਾਂ ਕਿਸ ਵਿਧੀ ਦੇ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਹੁੰਦਾ ਹੈ? ਕਿਨ ਵਿਧ ਵਿਛੜਾ, ਤੇ ਕਿਹੜੀ ਵਿਧੀ ਕਰਕੇ ਜੀਵ ਪਰਮਾਤਮਾ ਤੋਂ ਵਿਛੜਦਾ ਹੈ? ਇਹ ਵਿਧ ਕੌਣ ਪ੍ਰਗਟਾਏ ਜੀਓ, ਇਸ ਵਿਧੀ ਨੂੰ ਕੌਣ ਹੈ ਜੋ ਪ੍ਰਗਟ ਕਰਕੇ ਦੱਸੇ? ਕੌਣ ਸੋ ਅੱਖਰ ਜਿਤ ਧਾਵਤ ਰਹਿਤਾ, ਉਹ ਕਿਹੜਾ ਅੱਖਰ ਉਪਦੇਸ਼, ਉਹ ਕਿਹੜਾ ਗਿਆਨ ਜਿਸ ਦੁਆਰਾ ਜਿਹੜਾ ਮਨ ਧਾਵਤ ਦੌੜਦਾ ਭੱਜਦਾ ਰਹਿੰਦਾ ਹੈ, ਇਹ ਧੌਣ ਭੱਜਣ ਵੱਲੋਂ, ਦੌੜਨ ਵੱਲੋਂ ਰਹਿਤ ਹੋ ਜਾਏ, ਇਹਦੀ ਦੌੜ ਭੱਜ ਮੁੱਕ ਜਾਏ। ਐਸਾ ਕਿਹੜਾ ਸ਼ਬਦ ਹੈ, ਐਸਾ ਕਿਹੜਾ ਅੱਖਰ ਹੈ, ਐਸਾ ਕਿਹੜਾ ਉਪਦੇਸ਼? ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ, ਔਰ ਕਿਹੜਾ ਉਹ ਉਪਦੇਸ਼ਮਈ ਬਚਨ ਹੈ ਜਿਸ ਦੁਆਰਾ ਦੁੱਖ ਤੇ ਸੁਖ ਨੂੰ ਸਮ ਕਰਕੇ, ਬਰਾਬਰ ਕਰਕੇ ਸਹਾਰਦਾ ਹੋਵੇ? ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਹੜੀ ਉਹ ਚਾਲ, ਉਹ ਮਰਿਆਦਾ ਹੈ ਜੀਵਨ ਦੀ ਜਿਸ ਦੁਆਰਾ ਪਾਰ ਬ੍ਰਹਮ ਪਰਮੇਸ਼ਰ ਨੂੰ ਇਹ ਜੀਵ ਧਿਆਉਣ ਵਾਲਾ ਬਣੇ? ਕਿਨ ਵਿਧ ਕੀਰਤਨ ਗਾਏ ਜੀਓ, ਤੇ ਹੇ ਭਾਈ ਕਿਸ ਵਿਧੀ ਦੇ ਨਾਲ ਇਹ ਜੀਵ ਪਰਮਾਤਮਾ ਦਾ ਕੀਰਤਨ ਗਾਉਣ ਵਾਲਾ ਬਣ ਸਕਦਾ ਹੈ? ਕਿਸ ਵਿਧੀ ਨਾਲ ਵਾਹਿਗੁਰੂ ਦਾ ਕੀਰਤਨ ਗਾਏ ਤੇ ਉਸ ਨੂੰ ਪ੍ਰਵਾਨ ਚੜ੍ਹ ਜਾਏ? ਹੁਣ ਇਹਨਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਸਤਿਗੁਰੂ ਜੀ ਅਗਲੀਆਂ ਪੰਕਤੀਆਂ 'ਚ ਦੇ ਰਹੇ ਨੇ, 4 ਪਦਿਆਂ 'ਚ। ਗੁਰਮੁਖ ਮੁਗਤਾ, ਹਜ਼ੂਰ ਕਹਿੰਦੇ ਨੇ ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ ਹੈ, ਗੁਰੂ ਮੁਖ ਤੋਂ ਉਪਦੇਸ਼ ਸੁਣ ਕੇ ਉਸ ਨੂੰ ਕਮਾਉਣ ਵਾਲਾ, ਜੋ ਸਤਿਗੁਰੂ ਮਹਾਰਾਜ ਦੇ ਸਨਮੁਖ ਹੈ, ਅਨੁਸਾਰੀ ਹੈ, ਸਮਰਪਣ ਹੈ, ਗੁਰੂ ਮਹਾਰਾਜ ਨੂੰ ਸਮਰਪਣ ਹੋਇਆ ਹੋਇਆ, ਉਹ ਮੁਕਤਾ ਹੈ। ਗੁਰਮੁਖ ਹੀ ਜੁਗਤਾ ਹੈ, ਮੁਗਤਾ ਸੁਤੰਤਰ, ਛੁੱਟਿਆ ਹੋਇਆ, ਆਜ਼ਾਦ, ਬੰਦ ਖਲਾਸ, ਤੇ ਗੁਰਮੁਖ ਜੁਗਤਾ। ਗੁਰਮੁਖ ਹੀ ਸਮਝ ਲਓ ਕਿ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਕਿਉਂਕਿ ਗੁਰੂ ਤੇ ਪਰਮੇਸ਼ਰ ਵਿੱਚ ਅਭੇਦਤਾ ਹੈ। ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰਮੁਖ ਗਿਆਨੀ, ਗੁਰਮੁਖ ਭਗਤਾ
ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ ਹੀ ਗਿਆਨਵਾਨ ਹੈ। ਪਰਮੇਸ਼ਰ ਦਾ ਗਿਆਨ ਉਹ ਹੀ ਪ੍ਰਾਪਤ ਕਰ ਸਕੇਗਾ ਜੋ ਗੁਰਮੁਖ ਹੋਵੇਗਾ। ਤੇ ਗੁਰਮੁਖ ਭਗਤਾ ਪ੍ਰਮਾਤਮਾ ਦਾ ਅਸਲ ਜਸ ਗਾਉਣ ਵਾਲਾ ਵੀ ਗੁਰਮੁਖ ਹੀ ਹੋਏਗਾ, ਭਗਤਾ ਬੋਲਣ ਵਾਲਾ। ਧਨ ਗ੍ਰਹੀ ਉਦਾਸੀ ਗੁਰਮੁਖ, ਜੋ ਗੁਰਮੁਖ ਹੈ ਉਹਦਾ ਗ੍ਰਸਤ ਵੀ ਧਨਤਾ ਯੋਗ ਹੈ। ਔਰ ਉਹ ਜੇ ਉਦਾਸੀ ਹੈ ਸੰਸਾਰ ਵੱਲੋਂ, ਉਹਦੀ ਉਦਾਸੀਨਤਾ ਵੀ ਧਨਤਾ ਯੋਗ ਹੈ ਜੋ ਗੁਰਮੁਖ ਹੈ। ਗੁਰਮੁਖ ਗੁਰਾਂ ਦੇ ਅਨੁਸਾਰੀ ਹੋ ਕੇ ਜੋ ਉਦਾਸੀ ਬਣਿਆ, ਕਿਉਂਕਿ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਮੁਖ ਕੀਮਤ ਪਾਏ ਜੀਓ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ ਹੀ ਆਪਣੇ ਮਨੁੱਖਾ ਜਨਮ ਦੀ ਕਦਰ ਪਾਉਂਦਾ ਹੈ। ਔਰ ਗੁਰਮੁਖ ਹੀ ਉਹ ਗੁਰਾਂ ਦੇ ਉਪਦੇਸ਼ ਦੁਆਰਾ ਇਹ ਜਾਣ ਲੈਂਦਾ ਕਿ ਪ੍ਰਮਾਤਮਾ ਅੰਦਰ ਦੀ ਭਾਵਨਾ ਨਾਲ ਮਿਲਦਾ। ਇਹੀ ਕੀਮਤ ਹੈ ਪ੍ਰਮਾਤਮਾ ਦੀ, ਹੋਰ ਕੁਛ ਨਹੀਂ। ਸੋ ਕੋਈ ਜਪ, ਕੋਈ ਤਪ, ਕੋਈ ਕਿੰਨਾ ਕੈਸਾ ਕਰੇ, ਜੇ ਹੰਗਤਾ ਨਹੀਂ ਛੱਡੀ, ਸ਼ਰਨ ਨਹੀਂ ਪਿਆ ਤੇ ਵਾਹਿਗੁਰੂ ਨੂੰ ਪ੍ਰਵਾਨ ਨਹੀਂ। ਹਉਮੈ ਬਾਧਾ, ਪਿੱਛੇ ਪ੍ਰਸ਼ਨ ਆਇਆ ਸੀ ਕਿਨ ਬਿਧ ਬਾਧਾ, ਔਰ ਇੱਥੇ ਆਇਆ ਹਉਮੈ ਬਾਧਾ। ਇਹ ਜੀਵ ਬੱਝਿਆ ਕਿਵੇਂ, ਬੰਨਿਆ ਕਿਵੇਂ ਗਿਆ, ਇਹਨੂੰ ਬੰਨਣ ਕਿਵੇਂ ਪੈ ਗਏ। ਹੰਗਤਾ ਮਮਤਾ ਅੰਦਰ ਹੋਣ ਕਰਕੇ ਇਹ ਬੱਝ ਗਿਆ। ਤੇ ਗੁਰਮੁਖ ਛੂਟਾ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਿਆ, ਹੰਗਤਾ ਮਮਤਾ ਦੂਰ ਹੋਈ ਤੇ ਫਿਰ ਗੁਰਮੁਖ ਬੰਧਨਾਂ ਤੋਂ ਛੁੱਟ ਗਿਆ। ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਦਾ ਹੀ ਆਉਣਾ ਜਾਣਾ ਟੁੱਟਾ ਹੈ। ਆਉਣਾ ਜਾਣਾ ਸਮਾਪਤ ਹੋਇਆ, ਖਤਮ ਹੋਇਆ ਹੈ, ਦੂਰ ਹੋਇਆ। ਗੁਰਮੁਖ ਕਰਮ, ਗੁਰਮੁਖ ਨੇ ਕਰਮਾ, ਗੁਰਮੁਖ ਹੀ ਸ਼ੁਭ ਕਰਮ ਕਰਦਾ ਹੈ। ਜੋ ਗੁਰਮੁਖ ਗੁਰਾਂ ਦੇ ਅਨੁਸਾਰੀ ਹੈ ਉਹਦੇ ਕਰਮ ਅਸਲੀ ਕਰਮ ਹੋਣਗੇ, ਵਾਹਿਗੁਰੂ ਨੂੰ ਪ੍ਰਵਾਨ ਹੋਣ ਵਾਲੇ ਕਰਮ। ਤੇ ਗੁਰਮੁਖ ਕਰਮ ਕਰਦਾ ਹੋਇਆ ਵੀ ਨੇਹ ਕਰਮ ਹੈ, ਲੇਸ ਤੋਂ ਰਹਿਤ ਹੈ। ਗੁਰਮੁਖ ਕਰੇ ਸੋ ਸੁਭਾਏ ਜੀਓ, ਜੋ ਵੀ ਕੁਝ ਗੁਰਮੁਖ ਕਰਦਾ ਹੈ ਉਹ ਸ੍ਰੇਸ਼ਟ ਪ੍ਰੇਮ ਦੇ ਸਹਿਤ ਹੀ ਕਰਦਾ ਹੈ ਜੀ। ਗੁਰਮੁਖ ਸੁਖੀਆ, ਮਨਮੁਖ ਦੁਖੀਆ। ਗੁਰਮੁਖ ਹੀ ਸੁਖੀ ਹੈ, ਕਿਉਂਕਿ ਉਹਦਾ ਸੰਸਾਰ 'ਚ ਲਗਾ ਕੋਈ ਨਹੀਂ। ਜਗਤ ਤਿੰਨ ਕਾਲ ਮਿਥਿਆ, ਉਸ ਅਵਸਥਾ 'ਚ ਪਹੁੰਚ ਗਿਆ ਉਹ, ਜਗਤ ਤਿੰਨ ਕਾਲ ਮਿਥਿਆ ਹੈ। ਤੇ ਜਿਨ੍ਹਾਂ ਚੀਜ਼ਾਂ ਦੀ ਪ੍ਰਾਪਤੀ ਕਰਕੇ ਮਨ ਖੁਸ਼ ਹੁੰਦਾ, ਉਹ ਚੀਜ਼ਾਂ ਚਲੀਆਂ ਜਾਣ, ਉਹ ਸੰਬੰਧੀ ਵਿਛੜ ਜਾਣ ਤੇ ਮਨ ਦੁਖੀ ਹੁੰਦਾ। ਜਦੋਂ ਗੁਰਮੁਖ ਸੰਸਾਰ ਦੇ ਮੋਹ ਤੋਂ ਉੱਪਰ ਉੱਠ ਗਿਆ ਤੇ ਫਿਰ ਉੱਥੇ ਜਾ ਕੇ ਉਹ ਹਮੇਸ਼ਾ ਦਾ ਸੁਖੀ ਹੈ। ਸੰਸਾਰਕ ਖੁਸ਼ੀ ਤੇ ਸੰਸਾਰਕ ਗਮ ਉੱਥੇ ਕੁਛ ਨਹੀਂ ਕਰਦਾ। ਤੇ ਮਨ ਦੇ ਪਿੱਛੇ ਲੱਗਣ ਵਾਲਾ ਭਾਵੇਂ ਬੜੇ ਪਦਾਰਥ, ਬੜੇ ਸੁੱਖ ਉਹਨੂੰ ਦਿਸਦੇ ਹੋਣ, ਪਰ ਬਾਹਰੀ ਸੁੱਖ ਹੋਣ ਦੇ ਬਾਵਜੂਦ ਵੀ ਮਨਮੁਖਤਾਈ ਕਰਕੇ ਕੋਈ ਦੁਖੀ ਹੈ। ਗੁਰਮੁਖ ਸਨਮੁਖ, ਮਨਮੁਖ ਵੇਮੁਖੀਆ। ਜੋ ਗੁਰਾਂ ਦੇ ਅਨੁਸਾਰੀ ਹੈ ਉਹੀ ਪ੍ਰਮਾਤਮਾ ਦੇ ਸਨਮੁਖ ਹੈ, ਪ੍ਰਮਾਤਮਾ ਦੇ ਨਾਲ ਜੁੜਿਆ ਆ। ਮਨਮੁਖ ਵੇਮੁਖੀਆ, ਤੇ ਮਨ ਦੇ ਪਿੱਛੇ ਲੱਗਣ ਵਾਲਾ ਹੀ ਪ੍ਰਮਾਤਮਾ ਤੋਂ ਬੇਮੁਖ ਕਿਹਾ ਜਾਏਗਾ। ਗੁਰਮੁਖ ਮਿਲਿਆ, ਗੁਰਾਂ ਦੇ ਅਨੁਸਾਰ ਹੋ ਕੇ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ। ਮਨਮੁਖ ਵਿਛੜੈ, ਮਨ ਦੇ ਪਿੱਛੇ ਲੱਗ ਕੇ ਜੀਵ ਵਿਛੜ ਜਾਂਦਾ ਪ੍ਰਮਾਤਮਾ। ਗੁਰਮੁਖ ਬਿਧ ਪ੍ਰਗਟਾਏ ਜੀਓ, ਜੋ ਆਪ ਵਾਹਿਗੁਰੂ ਨਾਲ ਮਿਲਿਆ ਹੋਇਆ ਹੈ ਉਹੀ ਦੁਨੀਆ ਵਿੱਚ ਇਸ ਵਿਧੀ ਨੂੰ ਪ੍ਰਗਟ ਕਰਦਾ ਹੈ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰੂ ਮੁਖ ਤੋਂ ਹੀ ਜੋ ਮੰਤਰ ਲਿਆ ਗਿਆ ਹੈ ਉਹੀ ਅੱਖਰ ਹੈ ਜਿਸ ਦੁਆਰਾ ਦੌੜਦਾ ਭੱਜਦਾ ਮਨ ਟਿਕਦਾ ਹੈ, ਦੌੜਨ ਭੱਜਣ ਵੱਲੋਂ ਰਹਿਤ ਹੋ ਜਾਂਦਾ। ਗੁਰਮੁਖ ਉਪਦੇਸ਼ ਦੁੱਖ ਸੁੱਖ ਸਮਸਹਿਤਾ, ਹਾਂਜੀ ਮੁਖੀ ਗੁਰਾਂ ਦੇ ਮੁਖ ਤੋਂ ਉਚਾਰਿਆ ਹੋਇਆ ਹੀ ਉਪਦੇਸ਼ ਐਸਾ ਹੈ ਜਿਸ ਦੁਆਰਾ ਦੁੱਖ ਤੇ ਸੁੱਖ ਨੂੰ ਸਮ ਬਰਾਬਰ ਕਰਕੇ ਜੀਵ ਸਹਾਰਦਾ। ਦੁੱਖ ਸੁੱਖ ਵਿੱਚ ਬਿਰਤੀ ਸਮਾਨ ਰਹਿੰਦੀ ਹੈ, ਉਹ ਗੁਰਾਂ ਦਾ ਉਪਦੇਸ਼ ਹੀ ਹੈ। ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਪਿਆਰਿਆਂ ਨੂੰ ਜੋ ਗੁਰੂ ਮਹਾਰਾਜ ਵੱਲੋਂ ਜੀਵਨ ਦੀ ਮਰਿਆਦਾ ਪ੍ਰਾਪਤ ਹੋਈ ਹੈ, ਜਿਵੇਂ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਉਹ ਵੀ ਇਹ ਜੀਵਨ ਮਰਿਆਦਾ ਬਾਰੇ ਬਚਨ ਹੈ। ਉਹ ਸਤਿਗੁਰਾਂ ਦੀ ਦੱਸੀ ਹੋਈ ਚਾਲ ਮਰਿਆਦਾ ਹੈ ਜਿਸ ਦੁਆਰਾ ਗੁਰਮੁਖ ਪਾਰ ਬ੍ਰਹਮ ਨੂੰ ਧਿਆਉਂਦਾ ਹੈ। ਗੁਰਮੁਖ ਕੀਰਤਨ ਗਾਏ ਜੀਓ, ਤੇ ਗੁਰਮੁਖ ਹੀ ਵਾਹਿਗੁਰੂ ਦਾ ਜਸ ਕੀਰਤੀ ਪਰਮਾਤਮਾ ਦੀ ਵਡਿਆਈ ਗਾਉਂਦਾ ਹੈ। ਸਗਲੀ ਬਣਤ ਬਣਾਈ ਆਪੇ, ਹਜ਼ੂਰ ਕਹਿੰਦੇ ਨੇ ਸਾਰੀ ਬਨਾਵਟ ਮਨਮੁਖਾਂ ਗੁਰਮੁਖਾਂ ਦੀ, ਭਲਿਆਂ ਬੁਰਿਆਂ ਦੀ ਸਾਰੀ ਬਨਾਵਟ ਸੰਸਾਰ ਦੀ ਪਰਮਾਤਮਾ ਨੇ ਬਣਾਈ ਹੈ ਆਪਣੇ ਆਪ ਤੋਂ ਆਪ। ਆਪੇ ਕਰੇ ਕਰਾਏ ਥਾਪੇ,
ਆਪ ਹੀ ਕਰਨ ਵਾਲਾ ਹੈ, ਆਪ ਹੀ ਜੀਆਂ ਤੋਂ ਕਰਾਉਣ ਵਾਲਾ, ਆਪ ਹੀ ਥਾਪੇ ਸਥਾਪਨ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ, ਜਾਂ ਕਿਸੇ ਪਦਵੀ ਤੇ ਕਿਸੇ ਨੂੰ ਸਥਾਪਿਤ ਕਰਦਾ, ਆਪ ਹੀ ਕਰਦਾ। ਇਕਸ ਤੇ ਹੋਇਓ ਅਨੰਤਾ। ਵਾਹਿਗੁਰੂ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਇੱਕ ਸੀ ਤੇ ਹੁਣ ਵੀ ਅਨੰਤਾ, ਅੰਤ ਤੋਂ ਰਹਿਤ ਭਾਵ ਬੇਅੰਤ ਰੂਪ ਵਿੱਚ ਹੁਣ ਵੀ ਆਪ ਹੀ ਦਿਖਾਈ ਦੇ ਰਿਹਾ। ਅਨੰਤ ਰੂਪ ਤੇਰੇ ਨਾਰਾਇਣ, ਹੈ ਇੱਕ ਹੀ ਪ੍ਰਮਾਤਮਾ ਪਰ ਉਸਦੇ ਰੂਪ ਅਨੇਕਾਂ ਨੇ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਇੱਕ ਤੋਂ ਅਨੰਤ ਰੂਪ ਹੋਇਆ, ਅਨੇਕ ਹੈ ਫਿਰ ਏਕ ਹੈ। ਸ੍ਰਿਸ਼ਟੀ ਨੂੰ ਸਮਾਪਤ ਕਰ ਦੇਣੀ ਫਿਰ ਵੀ ਇੱਕੋ ਇੱਕ ਰਹਿਣਾ ਵਾਹਿਗੁਰੂ ਨੇ। ਨਾਨਕ ਏਕ ਸਮਾਹੇ ਸਮਾਏ ਜੀਓ। ਇਹ ਸਾਰਾ ਜਿਹੜਾ ਅਨੰਤ ਪਸਾਰਾ ਹੈ, ਹਜ਼ੂਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕੋ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ ਜੀ। ਓੜਕ ਨੂੰ ਜਿਵੇਂ ਬਚਨ ਦਸਮ ਪਾਤਸ਼ਾਹ ਦਾ, ਜਬ ਉਦ ਕਰਖ ਕਰਾ ਕਰਤਾਰਾ, ਜਦੋਂ ਪਰਮਾਤਮਾ ਨੇ ਇਹ ਵਿਸਥਾਰ ਕੀਤਾ। ਪ੍ਰਜਾ ਧਰਤ ਤਬ ਦੇ ਅਪਾਰਾ, ਇਹ ਪ੍ਰਜਾ ਜੀਵ ਅਨੇਕਾਂ ਸਰੀਰ ਧਾਰਨ ਕਰ ਲੈਂਦੇ ਨੇ। ਜਬ ਆਕਰਖ ਕਰਤ ਹੋ ਕਬ ਹੂੰ, ਜਦੋਂ ਹੈ ਵਾਹਿਗੁਰੂ ਜੀ ਤੁਸੀਂ ਆਕਰਖਣ ਸ਼ਕਤੀ, ਆਕਰਖ ਮੈਨੇ ਖਿੱਚ ਲੈਣਾ, ਜਦੋਂ ਇਸ ਸ੍ਰਿਸ਼ਟੀ ਨੂੰ ਆਪਣੇ 'ਚ ਮਿਲਾਉਣਾ ਚਾਹੁੰਦੇ ਹੋ ਨਾ, ਇਹ ਬਾਹਰੀ ਦਿੱਖ ਜਿਹੜੀ ਹੈ ਸੰਸਾਰ ਦੀ ਨੂੰ ਨਾਸ਼ ਕਰਨਾ ਚਾਹੁੰਦੇ ਹੋ, ਵਿਚਲੀ ਜੋਤ ਨੂੰ ਆਪਣੇ 'ਚ ਮਿਲਾ ਲੈਂਦੇ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਇਹ ਦੇਹਾਂ ਧਾਰਨ ਵਾਲੀਆਂ ਰੂਹਾਂ ਭਾਵ ਕਿ ਆਤਮਾਵਾਂ ਸਭ ਤੁਹਾਡੇ 'ਚ ਹੀ ਸਮਾ ਜਾਂਦੀਆਂ ਹਨ। ਮਾਝ ਮਹੱਲਾ ਪੰਜਵਾਂ, ਅਗਲੀ ਅਸ਼ਟਪਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਨੇ। ਪ੍ਰਭ ਅਵਿਨਾਸੀ ਤਾਂ ਕਿਆ ਕਾੜਾ, ਹੈ ਤਾਂ ਪ੍ਰਭੂ ਅਵਿਨਾਸੀ ਹੈ, ਪਰ ਜਿਸ ਨੂੰ ਇਹ ਨਿਸ਼ਚਾ ਆ ਗਿਆ ਕਿ ਉਹ ਵਿਨਾਸ਼ ਤੋਂ ਰਹਿਤ, ਨਾਸ਼ ਤੋਂ ਰਹਿਤ ਜੋ ਪ੍ਰਭੂ ਹੈ ਅਕਾਲ ਪੁਰਖ, ਉਹ ਮੇਰੇ ਸਿਰ ਤੇ ਰਖਵਾਲਾ ਹੈ। ਜਿਹਨੂੰ ਪਰਮਾਤਮਾ ਵਿੱਚ ਨਿਸ਼ਚਾ ਹੈ, ਭਰੋਸਾ ਹੈ, ਤਾਂ ਕਿਆ ਕਾੜਾ, ਤਾਂ ਕਾਹਦਾ ਸੋਗ ਫਿਕਰ ਚਿੰਤਾ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਹਰੀ ਖਟ ਭਗਾਂ ਸੰਪੰਨ ਵਾਹਿਗੁਰੂ ਤੇ ਜਿਸ ਨੂੰ ਨਿਸ਼ਚਾ ਹੈ, ਭਰੋਸਾ ਹੈ, ਪਤਾ ਹੈ ਕਿ ਵਾਹਿਗੁਰੂ ਮੇਰੇ ਸਿਰ ਤੇ ਖੜਾ ਹੈ, ਭਗਵੰਤ ਹਰੀ ਦੁੱਖਾਂ ਦਾ ਹਾਰਕ, ਤਾਂ ਜਨ ਖਰਾ ਸੁਖਾਲਾ। ਤਾਂ ਫਿਰ ਜਿਹੜਾ ਐਸਾ ਜਨ ਹੈ ਪਰਮਾਤਮਾ ਤੇ ਨਿਸ਼ਚਾ ਰੱਖਣ ਵਾਲਾ, ਖਰਾ ਸੁਖਾਲਾ, ਖਰਾ ਹੀ ਸੁਖੀ ਹੈ, ਭਾਵ ਬਾਹਲਾ ਹੀ ਸੁਖੀ, ਪੂਰਨ ਤੌਰ ਤੇ ਸੁਖੀ ਹੈ। ਜੀ ਪ੍ਰਾਨ ਮਾਨ ਸੁਖ ਦਾਤਾ, ਤੂੰ ਕਰਹਿ ਸੋਈ ਸੁਖ ਪਾਵਣਿਆ। ਜੀ ਜਿੰਦ ਦਾ ਦਾਤਾ, ਪ੍ਰਾਣ ਸਵਾਸਾਂ ਦਾ ਦਾਤਾ, ਮਾਣ ਇੱਜ਼ਤ ਵਡਿਆਈ ਦਾ ਤੇ ਸੁੱਖਾਂ ਦਾ ਦਾਤਾ ਵਾਹਿਗੁਰੂ ਪਰਮਾਤਮਾ ਤੂੰ ਹੈ। ਤੂੰ ਕਰਹਿ ਸੋਈ ਸੁਖ ਪਾਵਣਿਆ। ਹੈ ਵਾਹਿਗੁਰੂ ਜੀ, ਜੋ ਤੁਸੀਂ ਕਰਦੇ ਹੋ ਤੇ ਉਹਦੇ 'ਚ ਪ੍ਰਸੰਨ ਰਹੀਏ, ਜੋ ਤੁਸੀਂ ਕਰਦੇ ਹੋ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰੀਏ। ਜਿਹੜਾ ਵੀ ਕਰਦਾ ਸੋਈ ਸੁਖ ਪਾਵਣਿਆ, ਉਹੀ ਸੁਖ ਪਾਉਣ ਵਾਲਾ ਹੁੰਦਾ। ਤੂੰ ਕਰਹਿ ਸੋਈ ਸੁਖ ਪਾਵਣਿਆ, ਜੋ ਕੁਛ ਤੁਸੀਂ ਕਰਦੇ ਹੋ ਉਹਦੇ 'ਚ ਪ੍ਰਸੰਨ ਰਹਿਣ ਵਾਲਾ ਹੀ ਸੁਖ ਪਾਉਣ ਵਾਲਾ ਹੈ। ਜਿਹੜਾ ਇੰਜ ਮੰਨਦਾ ਹੈ ਕਿ ਤੁਸੀਂ ਜਿੰਦ ਦੇ ਦਾਤੇ ਹੋ, ਤੁਸੀਂ ਪ੍ਰਾਣ ਦਿੱਤੇ ਨੇ, ਤੁਸੀਂ ਇੱਜ਼ਤ ਦੇਣ ਵਾਲੇ ਹੋ, ਤੁਸੀਂ ਸੁੱਖਾਂ ਦੇ ਦਾਤੇ ਹੋ, ਜੋ ਕੁਛ ਤੁਸੀਂ ਕਰੋਗੇ ਉਹੀ ਹੁੰਦਾ। ਜਿਹੜਾ ਇੰਜ ਵਾਹਿਗੁਰੂ ਦੀ ਰਜ਼ਾ ਵਿੱਚ ਹੋ ਕੇ ਚੱਲਦਾ, ਪਰਮਾਤਮਾ ਵਿੱਚ ਨਿਸ਼ਚਾ ਰੱਖਦਾ, ਉਹੀ ਸੁਖ ਪਾਉਣ ਵਾਲਾ ਹੈ, ਭਾਵ ਸੁਖ ਪ੍ਰਾਪਤ ਕਰਦਾ ਹੈ। ਹਉ ਵਾਰੀ ਜੀਉ ਵਾਰੀ, ਗੁਰਮੁਖ ਮਨ ਤਨ ਭਾਵਣਿਆ। ਮੈਂ ਵਾਰੀ ਸਦਕੇ ਆਪਣੀ ਜਿੰਦ ਵਾਰ ਦੀਏ, ਕੁਰਬਾਨ ਕਰ ਦਈਏ, ਗੁਰਮੁਖ ਮਨ ਤਨ ਭਾਵਣਿਆ। ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ ਹੈ, ਗੁਰਮੁਖ ਬਣ ਕੇ, ਉਹਦੇ ਮਨ ਤੇ ਤਨ ਨੂੰ ਭਾਵਣਿਆ ਭਾਉਂਦੇ ਹਨ ਵਾਹਿਗੁਰੂ ਜੀ। ਜਿਹਦੇ ਮਨ ਤੇ ਤਨ, ਗੁਰਮੁਖ ਦੇ ਮਨ ਤਨ ਵਿੱਚ ਪ੍ਰਮਾਤਮਾ ਭਾਉਂਦਾ ਹੈ, ਉਸ ਤੋਂ ਅਸੀਂ ਵਾਰਨੇ ਫੇਰਨੇ ਜਾਈਏ। ਤੂੰ ਜਾਂ ਜਿਹੜਾ ਗੁਰਮੁਖ ਹੈ ਉਹ ਪਰਮਾਤਮਾ ਨੂੰ ਭਾਉਂਦਾ ਹੈ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ। ਹੇ ਵਾਹਿਗੁਰੂ, ਤੂੰ ਮੇਰਾ ਪਰਬਤ ਪਹਾੜ ਵਰਗਾ ਆਸਰਾ ਹੈ, ਤੂੰ ਮੇਰਾ ਓਲਾ, ਤੂੰ ਮੇਰਾ ਓਲਾ ਸਹਾਰਾ ਹੈ। ਤੁਮ ਸੰਗ ਲਵੈ ਨਾ ਲਾਵਣਿਆ, ਤੇਰੇ ਸੰਗ ਸਾਥ ਮੈਂ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ। ਲਵੈ ਲਾਉਣਾ ਹੁੰਦਾ, ਬਰਾਬਰਤਾ ਦੇਣੀ। ਮੈਂ ਸੱਚੇ ਪਾਤਸ਼ਾਹ ਤੁਹਾਡੇ ਸੰਗ ਸਾਥ ਹੋਰ ਕਿਸੇ ਨੂੰ ਲਵੈ ਨਹੀਂ ਲਾ ਸਕਦਾ, ਕਿਸੇ ਨੂੰ ਤੁਹਾਡੇ ਬਰਾਬਰ ਦਾ ਨਹੀਂ ਸਮਝ ਸਕਦਾ। ਰਹਾਓ ਤੇਰਾ ਕੀਤਾ ਜਿਸ ਲਾਗੈ ਮੀਠਾ। ਜੋ ਕੁਛ ਵੀ ਤੁਸੀਂ ਕਰਦੇ ਹੋ, ਤੁਹਾਡੇ ਕੀਤੇ ਕਰਤੱਵਾਂ ਨੂੰ ਜੋ ਮਿੱਠਾ ਕਰਕੇ ਮੰਨਦਾ, ਤੁਹਾਡਾ ਕੀਤਾ ਜਿਸ ਨੂੰ ਮਿੱਠਾ ਲੱਗਦਾ ਹੈ।
ਘਟ ਘਟ ਪਾਰ ਬ੍ਰਹਮ ਤਿਨ ਜਨ ਡੀਠਾ। ਹੇ ਪਾਰ ਬ੍ਰਹਮ ਪਰਮੇਸ਼ਰ ਜੀ, ਤੁਹਾਡੀ ਜੋਤ ਨੂੰ ਘਟਾਂ ਘਟਾਂ ਵਿੱਚ ਉਸ ਜਨ ਭਗਤ ਨੇ ਡੀਠਾ ਵੇਖ ਲਿਆ ਹੈ, ਜਿਸ ਨੂੰ ਤੁਹਾਡਾ ਭਾਣਾ, ਤੁਹਾਡਾ ਕੀਤਾ ਕਰਤੱਵ ਮਿੱਠਾ ਲੱਗਦਾ। ਕਿਉਂਕਿ ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥੇ ਪਾਵਨ। ਰਸਤਾ ਇਹ ਹੈ। ਸੋ ਘਟ ਘਟ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਨੂੰ ਉਸ ਜਨ ਨੇ ਡੀਠਾ ਵੇਖ ਲਿਆ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਥਾਨ ਥਨੰਤਰ ਤੂੰ ਹੈ ਤੂੰ ਹੈ। ਸਾਰੇ ਅਸਥਾਨਾਂ ਤੇ, ਸਾਰੇ ਅਸਥਾਨਾਂ ਦੇ ਅੰਦਰ ਜਾਂ ਥਾਨਾਂ ਦੇ ਅੰਦਰ ਜਿਹੜੇ ਥਨੰਤਰੀ ਭਾਵ ਜੀਵ ਹਨ, ਉਹਨਾਂ ਦੇ ਅੰਦਰ ਵੀ ਤੁਸੀਂ ਹੀ ਤੁਸੀਂ ਵਸਦੇ ਹੋ ਮਹਾਰਾਜ। ਪਿੱਛੇ ਵੀ ਤੁਸੀਂ ਸੀ ਸਾਰੇ ਸਥਾਨਾਂ ਤੇ, ਹੁਣ ਵੀ ਤੁਸੀਂ ਹੋ। ਇੱਕੋ ਇੱਕ ਵਰਤਾਵਣਿਆ, ਇੱਕੋ ਇੱਕ ਆਪਣਾ ਵਰਤਾਰਾ ਤੁਸੀਂ ਵਰਤਾ ਰਹੇ ਮਹਾਰਾਜ। ਇੱਕੋ ਇੱਕ ਵਰਤ ਰਹੇ ਹੋ ਤੁਸੀਂ, ਆਪਣੀ ਹੀ ਜੋਤ ਵਰਤਾ ਰਹੇ ਹੋ, ਆਪਣੀ ਹੀ ਕਲਾ ਵਰਤਾ ਰਹੇ ਹੋ ਸਾਰੇ ਸੰਸਾਰ ਅੰਦਰ। ਸਗਲ ਮਨੋਰਥ ਤੂੰ ਦੇਵਨ ਹਾਰਾ। ਜੀਆਂ ਦੇ ਸਾਰੇ ਜਿਹੜੇ ਮਨੋਰਾਜ, ਸੰਕਲਪ, ਮਨੋਰਥ, ਇੱਛਾਵਾਂ ਹਨ, ਉਹਨਾਂ ਮਨੋਰਥਾਂ ਅਨੁਸਾਰ ਦਾਤਾਂ ਦੇਣ ਵਾਲੇ ਤੁਸੀਂ, ਸਾਰੇ ਮਨੋਰਥ ਪੂਰੇ ਕਰਨ ਵਾਲੇ। ਜੀਆਂ ਦੇ ਮਨੋਰਥ ਬਹੁਤ ਨੇ, ਪਰ ਉਹਨਾਂ ਦੇ ਮਨੋਰਥ ਪੂਰੇ ਕਰਨੇ, ਉਹਨਾਂ ਨੂੰ ਦੇਣਾ ਦਾਤਾਂ ਦਾ, ਇਹ ਤੁਸੀਂ ਦੇ ਸਕਦੇ ਹੋ। ਭਗਤੀ ਭਰੇ ਤੇਰੇ, ਭਗਤੀ ਭਾਏ ਭਰੇ ਭੰਡਾਰਾ। ਸੱਚੇ ਪਾਤਸ਼ਾਹ, ਤੁਹਾਡੀ ਭਗਤੀ ਭਾਵਨਾ ਦੇ ਭੰਡਾਰ ਵੀ ਤੁਹਾਡੇ ਪਾਸ ਹੀ ਭਰੇ ਹੋਏ ਨੇ। ਭਾਵਨੀ ਭਗਤ ਦੇ ਜਿਹੜੇ ਭੰਡਾਰੇ ਖਜ਼ਾਨੇ ਹਨ, ਤੁਹਾਡੇ ਪਾਸ ਭਰੇ ਹੋਏ ਨੇ। ਦਇਆ ਧਾਰ ਰਾਖੇ ਤੁਧ ਸੇਈ, ਪੂਰਾ ਕਰਮ ਸਮਾਵਣਿਆ। ਸੋ ਸੱਚੇ ਪਾਤਸ਼ਾਹ, ਦਇਆ ਦ੍ਰਿਸ਼ਟੀ ਧਾਰਨ ਕਰਕੇ ਤੁਸੀਂ ਜਿਨ੍ਹਾਂ ਨੂੰ ਰੱਖਿਆ, ਬਚਾ ਲਿਆ ਸੰਸਾਰ 'ਚ ਡੁੱਬਣ ਤੋਂ, ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ। ਪੂਰਾ ਕਰਮ ਸਮਾਵਣਿਆ, ਤੁਹਾਡੀ ਪੂਰਨ ਕਰਮ ਬਖਸ਼ਿਸ਼ ਦੇ ਨਾਲ ਹੀ ਤੁਹਾਡੇ ਵਿੱਚ ਉਹ ਸਮਾਉਣ ਵਾਲੇ ਹੋਏ ਨੇ। ਅੰਧ ਕੂਪ ਤੇ ਕੰਢਾ ਚਾੜੇ। ਅੰਨਾ ਖੂਹ ਜਿਹੜਾ ਸੰਸਾਰ ਹੈ, ਇਸ ਖੂਹ ਤੋਂ ਕੰਢੇ ਤੇ ਕਿਨਾਰੇ ਤੇ ਤਾਂ ਉੱਪਰ ਚਾੜ ਦਿੱਤੇ ਜਿਹੜੇ, ਜਿਵੇਂ ਫਰੀਜ ਨੇ ਵੇਖਿਆ ਨਾ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਸ ਤਰ੍ਹਾਂ ਅੰਨਾ ਖੂਹ ਸੰਸਾਰ ਹੈ, ਦੇ ਮੋਹ ਰੂਪੀ ਖੂਹ ਚੋਂ ਤੁਸੀਂ ਕੰਢੇ, ਬਰਾਗ ਰੂਪੀ ਕੰਢੇ ਤੇ ਮਹਾਰਾਜ ਟਿੱਲੇ ਤੇ ਜਿਨ੍ਹਾਂ ਨੂੰ ਚਾੜ ਦਿੱਤਾ। ਕਰ ਕਿਰਪਾ ਦਾਸ ਨਦਰ ਨਿਹਾਲੇ। ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਜਿਹੜੇ ਤੁਹਾਡੇ ਦਾਸ ਬਣੇ, ਉਹਨਾਂ ਨੂੰ ਤੁਸੀਂ ਮਿਹਰ ਦੀ ਨਜ਼ਰ ਦੇ ਨਾਲ ਨਿਹਾਲੇ ਵੇਖਿਆ। ਕਿਰਪਾ ਦ੍ਰਿਸ਼ਟੀ ਦੁਆਰਾ ਆਪਣੇ ਦਾਸ ਨਿਹਾਲੇ, ਨਿਹਾਲ ਕਰ ਦਿੱਤੇ। ਹਾਲ ਨਾਮ ਫਾਰਸੀ 'ਚ ਦੁੱਖ ਦਾ ਹੈ। ਨਿਹਾਲ ਹੋਣਾ ਦੁੱਖਾਂ ਤੋਂ ਰਹਿਤ ਅਵਸਥਾ, ਜਿੱਥੇ ਦੁੱਖ ਦਾ ਅਭਾਵ ਹੋ ਜਾਂਦਾ। ਆਪਣੇ ਦਾਸਾਂ ਨੂੰ ਐਸੀ ਅਵਸਥਾ 'ਚ ਪਹੁੰਚਾਇਆ। ਗੁਣ ਗਾਵਹਿ ਪੂਰਨ ਅਬਿਨਾਸੀ। ਇਹ ਸਾਰਿਆਂ ਥਾਵਾਂ ਤੇ ਪੂਰਨ ਹੋ ਰਹੇ ਵਾਹਿਗੁਰੂ। ਹੇ ਅਬਿਨਾਸੀ ਸਰੂਪ ਵਾਹਿਗੁਰੂ ਜੀ, ਉਹ ਤੁਹਾਡੇ ਭਗਤ, ਤੁਹਾਡੇ ਜਨ, ਤੁਹਾਡੇ ਸੇਵਕ ਗੁਣ ਗਾਉਂਦੇ ਹਨ। ਕਹਿ ਸੁਣ ਤੋਟ ਨਾ ਆਵਣਿਆ। ਉਹਨਾਂ ਨੂੰ ਕਹਿ ਕਹਿ ਕੇ ਤੇ ਸੁਣ ਸੁਣ ਕੇ ਤੁਹਾਡਾ ਜਸ ਤੋਟ ਹੀ ਨਹੀਂ ਆਉਂਦੀ ਹੈ। ਜਿਨ੍ਹਾਂ ਨੂੰ ਤੁਸੀਂ ਲਾਇਆ ਹੋਇਆ ਨਾ ਆਪਣਾ ਜਸ ਬੋਲਣ ਲਈ ਤੇ ਸੁਣਨ ਵਾਸਤੇ, ਉਹ ਇਸ ਤਰ੍ਹਾਂ ਲੀਨ ਹੋਏ ਤੁਹਾਡੇ ਜਸ ਵਿੱਚ, ਤੁਹਾਡੇ ਜਸ ਦੀ ਤੋਟ ਨਹੀਂ ਆਉਂਦੀ। ਤੁਹਾਡਾ ਜਸ ਹੀ ਐਡਾ ਵੱਡਾ ਮਹਾਰਾਜ। ਇੱਥੇ ਉੱਥੇ ਤੂੰ ਹੈ ਰਖਵਾਲਾ। ਇੱਥੇ ਇਸ ਦੁਨੀਆ ਅੰਦਰ, ਉੱਥੇ ਅਗਲੇ ਜਹਾਨ ਪਰਲੋਕ ਅੰਦਰ, ਇੱਥੇ ਹੁਣ ਜਿੱਥੇ ਬੈਠੇ ਹਾਂ ਤੇ ਹੋਰ ਕਿਤੇ ਜਿੱਥੇ ਜਾਈਏ ਉੱਥੇ ਵੀ ਤੁਸੀਂ ਰਖਵਾਲੇ ਹੋ। ਸੱਚੇ ਪਾਤਸ਼ਾਹ ਜੀ, ਰਾਖੀ ਕਰਨ ਵਾਲੇ ਹੋ। ਮਾਤ ਗਰਭ ਮਹਿ ਤੁਮ ਹੀ ਪਾਲਾ। ਜਦੋਂ ਅਸੀਂ ਮਾਂ ਦੇ ਗਰਭ ਵਿੱਚ ਸੀ, ਪੇਟ ਅੰਦਰ, ਉਦੋਂ ਵੀ ਤੁਸਾਂ ਹੀ ਪ੍ਰਤਪਾਲਾ ਕੀਤੀ ਸੀ, ਉਦੋਂ ਵੀ ਸਾਡੀ ਪਾਲਣਾ ਤੁਸਾਂ ਕੀਤੀ ਸੀ। ਮਾਤ ਗਰਭ ਮੈਂ ਜਿਨ ਪ੍ਰਤਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ। ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਹੇ ਵਾਹਿਗੁਰੂ ਜੀ, ਮਾਤਾ ਦੇ ਗਰਭ ਵਿੱਚ ਆਪਣੇ ਸਿਮਰਨ ਦੀ ਸ਼ਕਤੀ ਨਾਲ ਤੁਸੀਂ ਰੱਖਿਆ ਕੀਤੀ ਸੀ। ਸੋ ਇਸ ਪ੍ਰਕਾਰ ਮਾਤ ਗਰਭ ਮੈਂ ਤੁਮ ਹੀ ਪਾਲਾ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉਧਰਮ ਆਹੇ। ਮਾਂ ਦੇ ਪੇਟ ਦੀ ਅੱਗ ਵਿੱਚ ਤੁਹਾਡੇ ਵੱਲੋਂ ਰੱਖਿਆ ਹੋਈ ਸੀ। ਮਾਇਆ ਅਗਨ ਨਾ ਪੋਹੈ ਤਿਨ ਕੋ, ਰੰਗ ਰੱਤੇ ਗੁਣ ਗਾਵਣਿਆ। ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਤੇਰੇ ਰੰਗ ਪ੍ਰੇਮ ਆਨੰਦ ਵਿੱਚ ਰੱਤੇ ਹੋਏ, ਤੁਹਾਡੇ ਗੁਣਾਂ ਅਨਾਦ ਨੂੰ ਗਾਉਂਦੇ ਹਨ। ਤੁਹਾਡੀਆਂ ਵਡਿਆਈਆਂ, ਤੁਹਾਡੀਆਂ ਖੂਬੀਆਂ, ਤੁਹਾਡੀਆਂ ਸਿਫਤਾਂ ਗਾਉਂਦੇ ਹਨ। ਤੇ ਐਸਾ ਤੁਹਾਡੇ ਨਾਮ ਦਾ, ਤੁਹਾਡੀ ਵਡਿਆਈ ਦਾ, ਤੁਹਾਡੀ ਕੀਰਤੀ ਦਾ ਪ੍ਰਤਾਪ ਹੈ ਕਿ ਮਾਇਆ ਰੂਪੀ ਅਗਨੀ
ਭਾਵ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਉਹਨਾਂ ਦੇ ਤਾਈਂ ਪੋਹ ਨਹੀਂ ਸਕਦੀ, ਆਪਣਾ ਅਸਰ ਨਹੀਂ ਪਾ ਸਕਦੀ। ਮਾਇਆ ਦੀ ਅਗਨੀ ਉਹਨਾਂ ਨੂੰ ਦਬਾ ਨਹੀਂ ਸਕਦੀ। ਮਾਇਆ ਦਾ ਪ੍ਰਭਾਵ ਉਹਨਾਂ 'ਤੇ ਕੋਈ ਨਹੀਂ ਪੈਂਦਾ, ਬਲਕਿ ਇਹ ਤਾਂ ਦਾਸੀ ਬਣ ਜਾਏਗੀ ਉਹਨਾਂ ਦੀ। ਕਿਆ ਗੁਣ ਤੇਰੇ ਆਖ ਸੰਭਾਲੀ। ਹੇ ਵਾਹਿਗੁਰੂ, ਤੁਹਾਡੇ ਕਿਹੜੇ ਕਿਹੜੇ ਗੁਣ ਮੈਂ ਜ਼ਬਾਨ ਤੋਂ ਆਖ ਕੇ ਸੰਭਾਲੀ ਬਿਆਨ ਕਰਾਂ। ਸੰਭਾਲਣਾ ਹੁੰਦਾ ਵੈਸੇ ਯਾਦ ਕਰਨਾ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, तेरो अंत न किन ही लही है। हमरी जेहबा एक प्रभ, हर के गुण अगम अथा, हम क्यों कर जप आणिया, हर तुम वड अगम अगा। सो इस प्रकार तुहाडे गुण ही बहुते हैं सच्चे पातशाह, तेरे गुण बहुते मैं एक न जाणिया। क्या गुण तेरे आख संभाली, क्या गुण तेरे सार संभाली, मोहे निर्गुण के दातारे। मैं खरीद क्या करे चौतराई, जियो पिंड सब थारे। इत्थे भी हजूर कह रहे ने भी मन तन अंतर तुद नज़र निहाली। सच्चे पातशाह मन अंदर भी तन अंदर भी ਤੁਹਾਨੂੰ ਹੀ ਅਸੀਂ ਤੁਹਾਡੀਆਂ ਬਖਸ਼ੀਆਂ ਨਜ਼ਰਾਂ ਦੇ ਨਾਲ ਹੀ ਨਿਹਾਲੀ ਵੇਖਦੇ ਹਾਂ। ਜਿਹੜੇ ਵਿਰਾਗ ਤੇ ਵਿਵੇਕ ਰੂਪੀ ਨੇਤਰ ਨੇ, ਇਹਨਾਂ ਜਿਹੜੀ ਤੁਸੀਂ ਗਿਆਨ ਦੀ ਨਜ਼ਰ ਪਾਈ ਹੈ ਨਾ, ਇਸ ਤਰ੍ਹਾਂ ਮਨ ਤਨ ਦੇ ਅੰਦਰ ਇਸ ਨਜ਼ਰ ਦੁਆਰਾ ਤੁਹਾਨੂੰ ਵੇਖਦੇ ਹਾਂ। ਤੁਹਾਡੇ ਤੋਂ ਬਗੈਰ ਤਾਂ ਹੋਰ ਹੈ ਹੀ ਕੁਛ ਨਹੀਂ। ਸਾਡੇ ਮਨਾਂ ਤਨਾਂ ਦੇ ਅੰਦਰ ਸੱਚੇ ਪਾਤਸ਼ਾਹ ਤੁਧ ਤੁਸੀਂ ਬੈਠੇ ਹੋਏ ਹੋ ਅਤੇ ਤੁਸੀਂ ਆਪਣੀ ਮਿਹਰ ਦੀ ਨਜ਼ਰ ਨਾਲ ਸਾਨੂੰ ਵੇਖਦੇ ਪਏ ਹੋ। ਤੂੰ ਮੇਰਾ ਮੀਤ ਸਾਜਨ, ਮੇਰਾ ਸੁਆਮੀ। ਤੁਸੀਂ ਸੱਚੇ ਪਾਤਸ਼ਾਹ ਮੇਰੇ ਮਿੱਤਰ ਹੋ, ਤੁਸੀਂ ਮੇਰੇ ਸੱਜਣ ਹੋ। ਇਸ ਦੁਨੀਆ ਵਿੱਚ ਮਿੱਤਰ ਹੋ, ਅਗਲੇ ਜਹਾਨ ਦੇ ਮੇਰੇ ਸੱਜਣ ਹੋ, ਔਰ ਹਮੇਸ਼ਾ ਹਰੇਕ ਸਮਿਆਂ ਦੇ ਅੰਦਰ ਤੁਸੀਂ ਸੁਆਮੀ ਮਾਲਕ ਵੀ ਹੋ। ਤੁਧ ਬਿਨ ਅਵਰ ਨਾ ਜਾਣਨਿਆ। ਤੁਹਾਡੇ ਤੋਂ ਬਗੈਰ ਸੱਚੇ ਪਾਤਸ਼ਾਹ ਅਸੀਂ ਹੋਰ ਕਿਸੇ ਨੂੰ ਜਾਣਨ ਵਾਲੇ ਨਹੀਂ। ਆਓ ਤੁਹਾਡੇ ਸਦਰਸ਼ ਬਰਾਬਰ ਕੋਈ ਹੋਰ ਹੈ ਹੀ ਨਹੀਂ। ਜਿਸ ਕੋ ਤੂੰ ਪ੍ਰਭ ਭਇਆ ਸਹਾਈ। ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਜਿਸ ਵਿਅਕਤੀ ਦੇ ਤਾਈਂ ਤੁਸੀਂ ਸਹਾਈ ਹੋਏ ਤੇ ਤੱਤੀ ਵਾਹ ਨਾ ਲੱਗਾ ਕਾਈ, ਉਹਨੂੰ ਤੱਤੀ ਹਵਾ ਵੀ ਕੋਈ ਨਹੀਂ ਲੱਗ ਸਕਦੀ। ਤੱਤੀ ਹਵਾ ਤੋਂ ਮਤਲਬ ਹੈ ਕਿ ਦੁੱਖ ਨਹੀਂ ਲੱਗ ਸਕਦੇ, ਕੋਈ ਕਲੇਸ਼ ਨਹੀਂ ਲੱਗ ਸਕਦਾ। ਉਸ ਦੇ ਤਾਈਂ ਤੱਤੀ ਵਾਹ ਵੀ ਕੋਈ ਨਹੀਂ ਲੱਗ ਸਕਦੀ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗਿਆ ਨਾ ਪਾਈ। ਤੂੰ ਸਾਹਿਬ ਸ਼ਰਨ ਸੁਖ ਦਾਤਾ। ਤੁਸੀਂ ਮਹਾਰਾਜ ਸਾਹਿਬ ਮਾਲਕ ਹੋ, ਔਰ ਸ਼ਰਨ ਆਉਣ ਵਾਲਿਆਂ ਨੂੰ ਸੁਖ ਦੇਣ ਵਾਲੇ ਸੁਖ ਦਾਤੇ ਹੋ। ਸ਼ਰਨ ਦੇ ਦਾਤੇ ਹੋ, ਸੁੱਖਾਂ ਦੇ ਦਾਤੇ ਹੋ। ਸਤ ਸੰਗਤ ਜਪ ਪ੍ਰਗਟਾਵਣਿਆ। ਜਿਨ੍ਹਾਂ ਨੇ ਵੀ ਤੁਹਾਨੂੰ ਸਤ ਸੰਗਤ ਵਿੱਚ ਮਿਲ ਕੇ ਜਪਿਆ ਹੈ, ਉਹਨਾਂ ਦੇ ਹਿਰਦੇ 'ਚ ਤੁਸੀਂ ਪ੍ਰਗਟ ਹੋ ਗਏ ਹੋ। ਸਤ ਸੰਗਤ ਵਿੱਚ ਮਿਲ ਕੇ ਜਪਣ ਕਰਕੇ ਤੁਹਾਨੂੰ ਪ੍ਰਗਟ ਕੀਤਾ ਭਗਤਾਂ ਨੇ। ਤੂੰ ਊਚ ਅਥਾਹ ਅਪਾਰ ਅਮੁੱਲਾ। ਸੱਚੇ ਪਾਤਸ਼ਾਹ ਜੀ, ਤੁਸੀਂ ਉੱਚਿਆਂ ਤੋਂ ਉੱਚੇ ਹੋ, ਬਹੁਤ ਹੀ ਉੱਚੇ ਹੋ। ਔਰ ਅਥਾਹ, ਸੱਚੇ ਪਾਤਸ਼ਾਹ ਸਮੁੰਦਰ ਵਾਂਗ ਡੂੰਘੇ ਹੋ। ਤੁਹਾਡੀ ਥਾਹ ਨਹੀਂ ਪਾਈ ਜਾਂਦੀ, ਹਾਥ ਨਹੀਂ ਪਾਇਆ ਜਾਂਦਾ। ਅਪਾਰ ਬੇਅੰਤ ਹੋ, ਅਮੁੱਲਾ, ਤੁਹਾਡਾ ਮੁੱਲ ਕੌਣ ਪਾ ਸਕਦਾ ਜੀ। ਤੂੰ ਸਾਚਾ ਸਾਹਿਬ, ਦਾਸ ਤੇਰਾ ਗੋਲਾ। ਇਹ ਵਾਹਿਗੁਰੂ ਜੀ, ਤੂੰ ਸ਼ਬਦ ਭਾਵੇਂ ਕਿਹਾ ਜਾਂਦਾ ਵੀ ਕਿਸੇ ਨੂੰ ਵੱਡੇ ਨੂੰ ਤੂੰ ਸ਼ਬਦ ਨਾ ਬੋਲਿਆ ਜਾਏ, ਇੰਝ ਨਰਾਦਰ ਹੋ ਜਾਏਗਾ, ਪਰ ਜਿਸ ਦੇ ਨਾਲ ਹਮਾ ਹੋਵੇ, ਜ਼ਿਆਦੀ ਅਪਣੱਤ ਹੋਵੇ, ਉਸ ਨੂੰ ਵੀ ਅਸੀਂ ਤੂੰ ਕਹਿ ਦਿੰਦੇ ਬੜੇ ਪ੍ਰੇਮ ਨਾਲ। ਔਰ ਤੂੰ ਤਾਂ ਕਿਹਾ ਕਿਉਂਕਿ ਪ੍ਰਮਾਤਮਾ ਵਰਗਾ ਹੋਰ ਕੋਈ ਹੈ ਹੀ ਨਹੀਂ। ਸੋ ਤੂੰ ਸਾਚਾ ਸਾਹਿਬ, ਔਰ ਇਹ ਹਮੇ ਨਾਲ, ਇਹ ਲਗਾਓ ਨਾਲ, ਅਪਣੱਤ ਨਾਲ ਕਿਹਾ ਸ਼ਬਦ ਹੈ। ਤੁਸੀਂ ਮਹਾਰਾਜ ਸੱਚੇ ਸਾਹਿਬ ਮਾਲਕ ਹੋ, ਦਾਸ ਤੇਰਾ ਗੋਲਾ। ਅਤੇ ਇਹ ਦਾਸ ਸੇਵਕ ਤੁਹਾਡਾ ਗੋਲਾ, ਗੁਲਾਮ, ਨੌਕਰ, ਚਾਕਰ ਹੈ ਜੀ। ਤੂੰ ਮੀਰਾ ਸਾਚੀ ਠਕੁਰਾਈ। ਸੱਚੇ ਪਾਤਸ਼ਾਹ ਤੁਸੀਂ ਮੀਰਾ ਪਾਤਸ਼ਾਹ ਹੋ। ਤੁਹਾਡੀ ਜਿਹੜੀ ਠਕੁਰਾਈ ਮਲਕੀਅਤ ਹੈ ਨਾ, ਉਹ ਸੱਚੀ ਹੈ। ਸੱਚੇ ਠਾਕੁਰ ਹੋ, ਝੂਠੇ ਮੂਠੇ ਠਾਕੁਰ ਨਹੀਂ। ਅੱਜ ਠਾਕੁਰ ਹੋ, ਕੱਲ੍ਹ ਨੂੰ ਬਿਨਸ ਜਾਏਗਾ ਕੋਈ, ਉਹ ਠਾਕੁਰ ਕਾਹਦਾ। ਤੁਸੀਂ ਪਾਤਸ਼ਾਹ ਹੋ, ਤੁਹਾਡੀ ਠਕੁਰਾਈ, ਤੁਹਾਡੀ ਪਾਤਸ਼ਾਹ, ਤੁਹਾਡੀ ਮਲਕੀਅਤ ਸੱਚੀ ਹੈ। ਨਾਨਕ ਬਲ ਬਲ ਜਾਵਣਿਆ। ਮੈਂ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਲਿਹਾਰ ਬਲਿਹਾਰ ਜਾਣ ਵਾਲਾ ਹਾਂ, ਭਾਵ ਕਿ ਮੈਂ ਬਲਿਹਾਰ ਬਲਿਹਾਰ ਜਾਂਦਾ ਹਾਂ। ਮਾਝ ਮਹੱਲਾ ਪੰਜਵਾ, ਘਰ ਦੂਜਾ।
ਮਾਝ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਇਸ ਰਾਗ ਦੇ ਦੂਜੇ ਘਰ ਸੁਰ ਤਾਲ ਅੰਦਰ ਅਗਲਾ ਸ਼ਬਦ ਉਚਾਰਨ ਕਰਦੇ ਹਨ, ਅਸ਼ਟਪਦੀ। ਨਿਤ ਨਿਤ ਦਈਓ ਸੰਭਾਲੀਐ। ਪਾਠ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਇਹ ਨੋਟ ਕਰਨ, ਜਿੱਥੇ ਦੱਦਾ ਤੇ ਯਈਏ ਨੂੰ ਔਂਕੜ ਆਉਂਦਾ ਇਹਦਾ ਉਚਾਰਨ ਹੈ ਦਈਓ। ਦੱਦਾ ਈੜੀ ਨੂੰ ਬਿਹਾਰੀ ਤੇ ਊੜੇ ਨੂੰ ਔਂਕੜ, ਸਿਰਫ ਉਚਾਰਨ ਵਾਸਤੇ ਦੱਸਿਆ, ਇਹ ਨਹੀਂ ਵੀ ਲਿਖ ਲਓ ਇੰਜ, ਨਹੀਂ, ਯਈਏ ਕਰਕੇ ਆ। ਔਰ ਦੱਦੇ ਨੂੰ ਔਂਕੜ ਤੇ ਯਈਏ ਨੂੰ ਦਲਾਵਾਂ ਹੋਣ ਤੇ ਫਿਰ ਪਾਠ ਹੈ ਦੁਇਐ। ਦੁਇਐ ਦੱਦੇ ਔਂਕੜ, ਈੜੀ ਨੂੰ ਸਿਹਾਰੀ, ਐੜੇ ਤੇ ਦਲਾਵਾਂ। ਔਰ ਇੱਕ ਪਾਠ ਹੁੰਦਾ ਦੁਇਆ, ਦੱਦੇ ਨੂੰ ਔਂਕੜ ਤੇ ਯਈਏ ਨੂੰ ਕੰਨਾ, ਉਹ ਦੁਇਆ। ਦੱਦੇ ਔਂਕੜ, ਈੜੀ ਸਿਹਾਰੀ, ਐੜੇ ਨੂੰ ਕੰਨਾ, ਇੰਜ ਉਚਾਰਨ ਹੋਏਗਾ। ਸੋ ਇਸ ਪ੍ਰਕਾਰ ਇੱਕ ਦੈ ਸ਼ਬਦ ਵੀ ਆਉਂਦਾ, ਦੱਦਾ ਤੇ ਯਈਆ। ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰਾ ਬਾਸ ਜੀਓ, ਗੌੜੀ ਰਾਗ ਵਿੱਚ। ਉਹ ਦੈ ਦੱਦੇ ਨੂੰ ਯਈਏ ਦੀਆਂ ਦਲਾਵਾਂ ਬਣ ਜਾਣੀਆਂ। ਦੈ ਦੱਦਾ ਤੇ ਯਈਆ ਹੈ ਪਰ ਉਚਾਰਨ ਹੋਏਗਾ ਦੈ। ਇੱਥੇ ਯਈਏ ਨੂੰ ਕਿਉਂਕਿ ਔਂਕੜ ਹੈ ਇਸ ਕਰਕੇ ਇਹਦਾ ਉਚਾਰਨ ਹੈ ਦਈਓ। ਦਈਓ ਦਾ ਅਰਥ ਹੈ ਦਇਆਲੂ ਸਰੂਪ, ਪ੍ਰੇਰਕ, ਨਾਇਕ ਭਾਵ ਪਰਮਾਤਮਾ। ਸਾਰੀ ਸ੍ਰਿਸ਼ਟੀ ਦਾ ਹੀਰੋ, ਸ਼੍ਰੋਮਣੀ, ਨਾਇਕ, ਪ੍ਰੇਰਕ, ਆਗੂ ਵਾਹਿਗੁਰੂ ਦਿਆਲੂ ਸਰੂਪ। ਉਸ ਦਿਆਲੂ ਸਰੂਪ ਨੂੰ ਨਿਤ ਨਿਤ ਰੋਜ਼ ਰੋਜ਼ ਹੀ ਸੰਭਾਲੀਆ ਯਾਦ ਕਰਨਾ ਚਾਹੀਦਾ। ਮੂਲ ਨਾ ਮਨੋ ਵਿਸਾਰੀਐ। ਮੂਲ ਉਕਾਈ ਬਿਲਕੁਲ ਹੀ ਮਨ ਵਿੱਚੋਂ ਵਿਸਾਰੀਏ ਨਾ, ਭਾਵ ਥੋੜ੍ਹੇ ਮਾਤਰ ਵੀ, ਭੋਰਾ ਮਾਤਰ ਵੀ, ਬਿਲਕੁਲ ਹੀ ਘੜੀ ਮਾਤਰ ਵੀ ਪਰਮਾਤਮਾ ਨੂੰ ਮਨ ਵਿੱਚੋਂ ਵਿਸਾਰਨਾ ਨਹੀਂ ਚਾਹੀਦਾ। ਰਹਾਓ ਸੰਤਾਂ ਸੰਗਤ ਪਾਈ ਹੈ। ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣ ਦੀ ਜਿਹੜੀ ਬਖਸ਼ਿਸ਼ ਹੈ, ਸੁਭਾਅ ਹੈ, ਆਦਤ ਹੈ, ਸੰਤਾਂ ਦੀ ਸੰਗਤ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ ਆਦਤ। ਅਥਵਾ ਪਰਮਾਤਮਾ ਜਿਸ ਬਾਰੇ ਕਹਿ ਰਹੇ ਹਾਂ ਵੀ ਨਹੀਂ ਵਿਸਾਰਨਾ ਚਾਹੀਦਾ, ਉਹ ਸੰਤ ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਕੀਤਾ ਜਾਂਦਾ। ਜਿਤ ਜਮ ਕੈ ਪੰਥ ਨਾ ਜਾਈ ਹੈ। ਸੰਤਾਂ ਦੀ ਸੰਗਤ ਵਿੱਚੋਂ ਇਹ ਦਾਤ ਮਿਲਦੀ ਹੈ ਜਿਸ ਕਰਕੇ ਫਿਰ ਜਮਾਂ ਦੇ ਪੰਥ ਰਸਤੇ ਤੇ ਨਹੀਂ ਜਾਈਦਾ। ਜਿਹੜੇ ਜਮ ਹਨ ਨਾ, ਧਰਮਰਾਜ ਦੇ ਦੂਤ, ਉਹਨਾਂ ਦਾ ਜਿਹੜਾ ਪੰਥ ਹੈ ਨਾ, ਉਸ ਪੰਥ ਰਸਤੇ ਤੇ ਨਹੀਂ ਜਾਣਾ ਪੈਂਦਾ। ਤੋਸਾ ਹਰ ਕਾ ਨਾਮ ਲੈ। ਐ ਜੀਵ, ਰਾਹ ਦਾ ਖਰਚ, ਪਰਲੋਕ ਨੂੰ ਜਾਣਾ ਤੇ ਰਾਹ ਦਾ ਖਰਚ, ਤੋਸਾ ਸਫ਼ਰ ਦਾ ਖਰਚ, ਵਾਹਿਗੁਰੂ ਦਾ ਨਾਮ ਪੱਲੇ ਬੰਨ੍ਹ ਲੈ। ਤੇਰੇ ਕੁਲਹਿ ਨਾ ਲੱਗਿਆ ਗਾਲ ਜੀਓ, ਤਾਂ ਤੇਰੀ ਕੁਲਾਂ ਦੇ ਤਾਈਂ ਗਾਲ ਨਹੀਂ ਲੱਗੇਗੀ। ਅਪਜਸ ਨਹੀਂ ਹੋਵੇਗਾ ਤੇਰੀ ਕੁਲ ਦਾ, ਨਿੰਦਾ ਨਹੀਂ ਹੋਵੇਗੀ, ਬੇਅਦਬੀ ਨਹੀਂ ਹੋਵੇਗੀ, ਨਰਾਦਰ ਨਹੀਂ ਹੋਵੇਗਾ, ਕੋਈ ਮੰਦਾ ਨਹੀਂ ਬੋਲੇਗਾ ਤੇਰੀ ਕੁਲ ਨੂੰ। ਸਹੀ ਸੁੰਦਰ ਸੋਹਣੇ, ਉਹੀ ਸੁੰਦਰ ਤੇ ਸੋਹਣੇ ਹਨ। ਕੌਣ ਜੀ? ਸਾਧ ਸੰਗ ਜੋ ਸਿਮਰੰਦੇ ਸਾਈਂ। ਮਾਫ ਕਰਨਾ, ਮੈਂ ਪੰਕਤੀ ਛੱਡ ਚੱਲਿਆ ਸੀ। ਜੋ ਸਿਮਰੰਦੇ ਸਾਈਂ ਹੈ, ਜੋ ਸਾਈਂ ਪਰਮਾਤਮਾ ਨੂੰ ਸਿਮਰਦੇ ਹਨ, ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ, ਨਰਕ ਨਾ ਸਹੀ ਪਾਈ ਹੈ। ਕਦੇ ਵੀ ਪਰਮਾਤਮਾ ਉਹਨਾਂ ਨੂੰ ਨਰਕਾਂ ਵਿੱਚ ਨਹੀਂ ਪਾਉਂਦਾ ਹੈ, ਉਹ ਨਰਕਾਂ 'ਚ ਨਹੀਂ ਪਾਏ ਜਾਂਦੇ ਹਨ। ਤੱਤੀ ਵਾਓ ਨਾ ਲੱਗੇ ਜਿਨ ਮਨ ਉਠਾ ਆਏ ਜੀਓ। ਜਿਨ੍ਹਾਂ ਦੇ ਮਨ ਵਿੱਚ ਆ ਵਸਿਆ ਹੈ ਪਰਮਾਤਮਾ, ਮਨ 'ਚ ਵਸ ਗਿਆ ਹੈ। ਉਂਝ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਪਰ ਸਾਡੇ ਮਨਾਂ ਵਿੱਚ ਨਹੀਂ, ਮਨਾਂ 'ਚ ਹੋਰ ਕੋਈ ਵਸਿਆ ਆ। ਅਤੇ ਜਿੱਥੇ ਵਾਹਿਗੁਰੂ ਦੇ ਸਿਮਰਨ ਦੇ ਅਭਿਆਸ ਦੁਆਰਾ ਮਨ 'ਚ ਵਸ ਜਾਂਦਾ ਹੈ ਪਰਮਾਤਮਾ, ਜਿਨ੍ਹਾਂ ਦੇ ਮਨ 'ਚ ਮੁੱਠਾ ਵਸਿਆ ਹੈ ਵਾਹਿਗੁਰੂ, ਉਹਨਾਂ ਦੇ ਤਾਈਂ ਤੱਤੀ ਵਾਹ ਵੀ ਨਹੀਂ ਲੱਗ ਸਕਦੀ। ਕੋਈ ਜਿੰਨੇ ਮਰਜ਼ੀ ਪਹਾੜਾਂ ਜਿੱਡੇ ਦੁੱਖ ਉਹਨਾਂ ਨੂੰ ਦੇਣੇ ਚਾਹੇ ਤਾਂ ਉਹਨਾਂ ਦੁੱਖਾਂ ਦਾ ਅਸਰ ਨਹੀਂ ਉਹਨਾਂ 'ਤੇ ਪੈਂਦਾ। ਉਹਨਾਂ ਦੀ ਅੰਦਰਲੀ ਅਵਸਥਾ ਨੂੰ ਕੋਈ ਡੁਲਾ ਨਹੀਂ ਸਕਦਾ, ਉਹ ਡੋਲਦੇ ਨਹੀਂ। ਸਹੀ ਸੁੰਦਰ ਸੋਹਣੇ, ਉਹੀ ਪਿੱਛੇ ਸੁੰਦਰ ਸੀ, ਉਹੀ ਹੁਣ ਸੋਹਣੇ ਨੇ। ਸਾਧ ਸੰਗ ਜਨ ਬਹਿਣੇ। ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਜਿਨ੍ਹਾਂ ਦੇ ਜਿਹੜੇ ਬਹਿੰਦੇ ਹਨ। ਸਾਧ ਸੰਗਤ ਗੁਰੂ ਮਹਾਰਾਜ ਸਾਧ ਹਨ। ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਇਸ ਤਰ੍ਹਾਂ ਸਾਧੂ ਜਨਾਂ ਦੀ, ਸਾਧ ਸਤਿਗੁਰਾਂ ਦੀ ਸੰਗਤ ਵਿੱਚ ਜਿਨ੍ਹਾਂ ਦੇ ਬਹਿਣੇ ਹਨ, ਜਿਹੜੇ ਬੈਠਦੇ ਹਨ ਸੰਗਤ ਵਿੱਚ, ਉਹੀ ਸੋਹਣੇ ਸੁੰਦਰ ਨੇ, ਅੰਦਰੋਂ ਭਾਵ ਸੁੰਦਰ ਹੋ ਜਾਂਦੇ ਨੇ। ਹਰ ਧਨ ਜਿਨੀ ਸੰਜਿਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਦਾ ਧਨ ਸੰਜਿਆ, ਇਕੱਠਾ ਕੀਤਾ, ਸੰਚਿਆ ਯਾਨੀ ਇਕੱਠਾ ਕੀਤਾ ਹੈ, ਅੰਦਰ ਵਸਾਇਆ ਰੱਬ ਦੇ ਨਾਮ ਨੂੰ, ਜਪ ਜਪ ਕੇ
ਧਨ ਇਕੱਠਾ ਕਰ ਲਿਆ। ਸਹੀ ਗੰਭੀਰ ਅਪਾਰ ਜੀਓ, ਬਹੁਤੇ ਹੀ ਉਹ ਗੰਭੀਰ ਹਨ, ਨਿਸ਼ਚਲ ਹਨ, ਅਡੋਲ ਹਨ, ਨਿਰਹਲ ਹਨ। ਹਰ ਅਮਿਓ ਰਸਾਇਣ ਪੀਵੀਐ। ਹਰੀ ਪਰਮਾਤਮਾ ਦੇ ਨਾਮ ਦਾ ਜਿਹੜਾ ਅੰਮ੍ਰਿਤ ਹੈ, ਸਾਰਿਆਂ ਰਸਾਂ ਦਾ ਘਰ ਹੈ, ਇਸ ਨੂੰ ਪੀਣਾ ਚਾਹੀਦਾ। ਸਾਰੀਆਂ ਦਵਾਈਆਂ ਹਨ, ਸਾਰੇ ਰੋਗਾਂ ਦੀ ਦਵਾਈ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਹੈ। ਇਹ ਪੀਣਾ ਚਾਹੀਦਾ ਹੈ। ਆਪਣੇ ਜਿਹੜੇ ਮਨ ਬੁੱਧ ਰੂਪੀ ਹੱਥ ਨੇ ਉਹਨਾਂ ਦੇ ਵਿੱਚ ਪਾ ਕੇ। ਸੋ ਇਸ ਪ੍ਰਕਾਰ ਪ੍ਰੀਤੀ ਰੂਪੀ ਜੀਭ ਦੇ ਨਾਲ ਇਹ ਪੀਣਾ ਚਾਹੀਦਾ। ਮੋਹ ਡਿਠੈ ਜਨ ਕੈ ਜੀਵੀਐ। ਜਿਹੜੇ ਜਨ ਹਨ ਐਸੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਣ ਵਾਲੇ, ਉਹਨਾਂ ਦਾ ਮੁਖ ਵੇਖ ਲਈਏ। ਜਨਾਂ ਦੇ ਮੁਖ ਨੂੰ ਵੇਖ ਕੇ ਜਿਉਂਦੇ ਜਾਗਦੇ ਹੋ ਜਾਈਦਾ, ਆਤਮਿਕ ਜੀਵਨ ਮਿਲ ਜਾਂਦਾ ਹੈ। ਕਾਰਜ ਸਭ ਸਵਾਰ ਲੈ, ਨਿਤ ਪੂਜੋ ਗੁਰ ਕੇ ਪਾਵ ਜੀਓ। ਨਿਤ ਹੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਪੂਜਾ ਕਰੋ, ਇੰਝ ਆਪਣੇ ਲੋਕ ਪਰਲੋਕ ਦੇ ਸਾਰੇ ਕਾਰਜ ਤੁਸੀਂ ਸਵਾਰ ਲਓਗੇ। ਇਹ ਜੀਵ ਆਪਣੇ ਸਾਰੇ ਕਾਰਜ ਸਵਾਰ ਲੈ, ਨਿਤ ਗੁਰਾਂ ਦੇ ਚਰਨਾਂ ਦੀ ਪੂਜਾ ਕਰ। ਜੋ ਹਰ ਕੀਤਾ ਆਪਣਾ। ਜਿਸ ਵਿਅਕਤੀ ਨੂੰ, ਜਿਸ ਸੇਵਕ ਨੂੰ ਹਰੀ ਪਰਮਾਤਮਾ ਨੇ ਆਪਣਾ ਬਣਾ ਲਿਆ ਹੈ, ਪੈਦਾ ਤਾਂ ਸਾਰੇ ਵਾਹਿਗੁਰੂ ਨੇ ਕੀਤੇ ਨੇ, ਹੈ ਤਾਂ ਉਸੇ ਦੇ, ਪਰ ਅਸੀਂ ਵਾਹਿਗੁਰੂ ਦੀ ਯਾਦ ਤੋਂ ਖਾਲੀ ਹਾਂ। ਸਾਡਾ ਪਰਮਾਤਮਾ ਨਾਲ ਲਗਾਅ ਕੋਈ ਨਹੀਂ, ਇਸ ਕਰਕੇ ਅਸੀਂ ਉਹਦੇ ਬਣੇ ਨਹੀਂ। ਇੱਥੇ ਮਤਲਬ ਹੈ ਵੀ ਜੋ ਵਾਹਿਗੁਰੂ ਦਾ ਬਣ ਗਿਆ, ਬਖਸ਼ਿਸ਼ ਤਾਂ ਹਰੀ ਦੀ ਆਪਣੀ ਹੈ ਨਾ। ਜੋ ਸੇਵਕ ਹਰੀ ਨੇ ਪ੍ਰਵਾਨ ਕਰ ਲਿਆ, ਆਪਣੇ ਖਜ਼ਾਨੇ 'ਚ ਪਾ ਲਿਆ, ਆਪਣਾ ਬਣਾ ਲਿਆ। ਤਿਨੈ ਗੁਸਾਈ ਜਾਪਣਾ। ਇਹ ਮਾਨੋ ਵਾਹਿਗੁਰੂ ਦੀ ਬਖਸ਼ਿਸ਼ ਹੈ। ਉਸਨੇ ਹੀ ਗੁਸਾਈ ਸ੍ਰਿਸ਼ਟੀ ਦੇ ਮਾਲਕ ਨੂੰ ਜਾਪਣਾ, ਜਪਣਾ ਹੈ। ਅਤੇ ਜਾਪਣਾ ਦਾ ਅਰਥ ਜਾਣਨਾ ਹੈ, ਜਾਣ ਲਿਆ ਹੈ। ਸੋ ਸੂਰਾ ਪ੍ਰਧਾਨ, ਸੋ ਉਹੀ ਸੂਰਮਾ ਹੈ। ਇਸ ਸੰਸਾਰ ਦੇ ਚਿੱਕੜ 'ਚੋਂ ਬਨੇ ਲੱਗਣ ਵਾਲਾ ਉਹ ਸੂਰਮਾ ਹੈ। ਉਹੀ ਪ੍ਰਧਾਨ ਸ਼੍ਰੋਮਣੀ ਮੁਖੀਆ ਹੈ। ਮਸਤਕ ਜਿਸ ਦਾ ਭਾਗ ਜੀਓ, ਜਿਸ ਦੇ ਮੱਥੇ ਤੇ ਇਹ ਬੰਦਗੀ ਦਾ ਭਾਗ ਪਿਆ ਹੋਇਆ, ਕਿਸਮਤ ਵਿੱਚ ਹੈ ਜਿਹਦੇ ਪਰਮਾਤਮਾ ਦਾ ਸਿਮਰਨ ਕਰਨਾ। ਕਰਮ ਹੀ ਭਾਗ ਬਣਦੇ ਨੇ। ਮਨ ਮੰਦੇ ਪ੍ਰਭ ਅਵਗਾਹੀਆ। ਮਨ ਮੰਦੇ, ਮਨ ਦੇ ਅੰਦਰ, ਮਨ ਦੇ ਅੰਦਰ ਵਿੱਚ ਪ੍ਰਭੂ ਪਰਮਾਤਮਾ ਨੂੰ ਅਵਗਾਹੀਆ। ਅਵਗਾਹੀਆ ਦਾ ਅਰਥ ਹੈ ਅਵਗਾਹ ਕਰਨਾ, ਚੁੱਭੀ ਲਾਉਣੀ, ਟੁੱਭੀ ਲਾਉਣੀ। ਅਵਗਾਹ ਦਾ ਇੱਥੇ ਅਰਥ ਹੈ ਵੀ ਪਰਮਾਤਮਾ ਵਿੱਚ ਜਿਹੜੇ ਉਤਰੇ, ਡੂੰਘੇ ਉਤਰੇ। ਮਨ ਹੀ ਮਨ ਦੇ ਅੰਦਰ ਜੋ ਪ੍ਰਭੂ ਦੀ ਵਿਚਾਰ ਕਰਦੇ ਨੇ। ਖੋਜ ਬੀਨਤਾ ਕਰਨੀ, ਖੋਜਣਾ, ਬੀਨਣਾ ਪਰਮਾਤਮਾ ਨੂੰ, ਉਸ ਨੂੰ ਲੱਭਣਾ। ਮਨ ਹੀ ਮਨ ਅੰਦਰ ਪਰਮਾਤਮਾ ਦੀ ਖੋਜ ਕਰਨੀ। ਇਹ ਰਸ ਭੋਗਣ ਪਾਤਸ਼ਾਹੀਆਂ। ਜਿਹੜਾ ਵਾਹਿਗੁਰੂ ਨੂੰ ਮਨ ਵਿੱਚੋਂ ਖੋਜਣਾ ਨਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਸੁੱਖ ਸਰੂਪ ਪਰਮਾਤਮਾ ਦੇ ਅੰਦਰ ਹੀ ਹੈ, ਅਤੇ ਬੰਦਾ ਬਾਹਰੋਂ ਲੱਭਦਾ ਫਿਰਦਾ ਵੀ ਸੁੱਖ ਮਿਲੇਗਾ। ਹਜ਼ੂਰ ਕਹਿੰਦੇ ਨੇ ਜਿਹੜਾ ਪ੍ਰਭੂ ਨੂੰ ਮਨ ਦੇ ਅੰਦਰ ਮੱਥਣਾ, ਰਿੜਕਣਾ, ਵਿਚਾਰਨਾ ਹੈ, ਇਹੋ ਰਸਾਂ ਦਾ ਭੋਗਣਾ ਹੈ। ਅਸਲੀ ਰਸ ਭੋਗਣਾ ਇਹ ਹੈ। ਅਤੇ ਇਹੀ ਪਾਤਸ਼ਾਹੀਆਂ ਹਨ। ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਕਾਰੈ ਲਾਗ ਜੀਓ। ਜਿਹੜੇ ਇਸ ਮਾਰਗ 'ਤੇ ਚੱਲੇ, ਉਹਨਾਂ ਦੇ ਹਿਰਦੇ 'ਚ ਮੂਲ ਉੱਕਾ ਹੀ ਮੰਦਾ ਨਹੀਂ ਉਪਜਿਆ, ਬੁਰਾ ਸੁਭਾਅ ਨਹੀਂ ਉਪਜਿਆ, ਬੁਰਿਆਈ ਕਰਨੀ ਨਹੀਂ ਉਪਜੀ, ਮਾਂਦਗੀ ਨਹੀਂ ਉਪਜੀ, ਭੈੜੇ ਪਾਸੇ ਜਾਣਾ ਨਹੀਂ ਉਪਜਿਆ। ਮੰਦਾ ਸੁਭਾਅ, ਮੰਦੇ ਖਿਆਲ, ਮੰਦੇ ਵਿਚਾਰ ਬਿਲਕੁਲ ਨਹੀਂ ਉਪਜੇ। ਤਰੇ ਸੱਚੀ ਕਾਰ ਹੈ ਲਾਗ। ਜਿਹੜੀ ਸੱਚ ਦੀ ਕਾਰ ਹੈ ਨਾ, ਵਾਹਿਗੁਰੂ ਦੀ ਬੰਦਗੀ ਦੀ ਕਾਰ, ਇਸ ਕਾਰ ਵਿੱਚ ਲੱਗ ਕੇ ਉਹ ਤਰ ਗਏ ਹਨ ਸੰਸਾਰ ਤੋਂ। ਕਰਤਾ ਮਨ ਵਸਾਇਆ। ਕਰਤਾ ਅਕਾਲ ਪੁਰਖ ਦੇ ਗਿਆਨ ਨੂੰ, ਗੁਰਾਂ ਦੇ ਉਪਦੇਸ਼ ਨੂੰ, ਜੋ ਗੁਰਾਂ ਨੇ ਉਪਦੇਸ਼ ਦਿੱਤਾ ਪਰਮਾਤਮਾ ਬਾਰੇ, ਉਹ ਮਨ 'ਚ ਮੰਨ ਲਿਆ ਅਤੇ ਮਨ 'ਚ ਵਸਾ ਲਿਆ। ਜਿਨ੍ਹਾਂ ਨੇ ਜਨਮੈ ਕਾ ਫਲ ਪਾਇਆ। ਮਨੁੱਖਾ ਜਨਮ ਦਾ ਜੋ ਪ੍ਰਯੋਜਨ ਹੈ, ਬੰਦਗੀ, ਮਨੁੱਖਾ ਜਨਮ ਦਾ ਪ੍ਰਯੋਜਨ ਹੈ ਗਿਆਨ ਦੀ ਪ੍ਰਾਪਤੀ ਕਰਨੀ। ਇਹ ਫਲ ਹੈ ਗਿਆਨ। ਉਹਨਾਂ ਨੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ ਹੈ, ਲਾਭ ਖੱਟ ਲਿਆ। ਜਾਨੀ ਮਨ ਪਾਵੰਦਾ ਕੰਤ ਹਰ, ਤੇਰਾ ਥਿਰ ਹੋਵਾ ਸੁਹਾਗ ਜੀਓ। ਔਰ ਮਨ ਨੂੰ ਭਾਉਂਦਾ, ਚੰਗਾ ਲੱਗਣ ਵਾਲਾ ਕੰਤ ਹਰੀ ਪਰਮਾਤਮਾ ਜੇ ਤੈਨੂੰ ਮਿਲ ਪਿਆ ਹੈ, ਤਾਂ ਫਿਰ ਤੇਰਾ ਥਿਰ ਹੋਵਾ ਸੁਹਾਗ ਜੀਓ। ਤੇਰਾ ਜਿਹੜਾ ਸੁਹਾਗ ਹੈ, ਸੁਹਾਗ ਭਾਗ ਹੈ, ਤੇਰਾ ਥਿਰ ਹੋ ਗਿਆ। ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ। ਅਕਾਲ ਮੂਰਤ ਵਰ ਪਾਇਆ, ਵਿਨਾਸੀ ਨਾ ਕਦੇ ਮਰਿਆ ਨਾ ਜਾਇਆ।
ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਉਹ ਫਿਰ ਸਦਾ ਦੀ ਸੁਹਾਗਵੰਤੀ ਬਣ ਗਈ ਜੀਵ ਰੂਪ ਇਸਤਰੀ, ਜਿਸ ਨੂੰ ਕੰਤ ਪਰਮਾਤਮਾ ਮਿਲ ਪਿਆ। ਅਟਲ ਪਦਾਰਥ ਪਾਇਆ। ਅਟਲ ਪਦਾਰਥ ਹੈ ਵਾਹਿਗੁਰੂ ਜੀ ਦਾ ਗਿਆਨ, ਅਭੇਦਤਾ। ਉਹ ਪਦਾਰਥ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ। ਭੈ ਭੰਜਨ ਕੀ ਸਰਣਾਇਆ। ਅਟਲ ਪਦਾਰਥ ਇਹ ਹੀ ਕਿ ਡਰਾਂ ਨੂੰ ਭੰਜਣ, ਨਾਸ ਕਰਨ ਵਾਲਾ ਜੋ ਵਾਹਿਗੁਰੂ ਦੀ ਸ਼ਰਨ 'ਚ ਜੋ ਆ ਗਿਆ ਜੀ। ਲਾਏ ਅੰਚਲ ਨਾਨਕ ਤਾਰਿਅਨ, ਜਿੱਤਾ ਜਨਮ ਅਪਾਰ ਜੀਓ। ਆਪਣੀ ਸ਼ਰਨ ਰੂਪੀ ਨਾਮ ਰੂਪੀ ਪੱਲੇ ਨਾਲ, ਅੰਚਲ ਨਾਮ ਪੱਲੇ ਦਾ, ਅੰਚਲ ਨਾਲ ਲਾ ਕੇ ਨਾਮ ਰੂਪ ਪੱਲੇ ਨਾਲ ਜੋੜ ਕੇ, ਸ਼ਰਨ ਰੂਪੀ ਪੱਲੇ ਨਾਲ ਜੋੜ ਕੇ ਜਿਨ੍ਹਾਂ ਨੂੰ ਤਾਰ ਦਿੱਤਾ ਨਾ ਵਾਹਿਗੁਰੂ ਨੇ ਸੰਸਾਰ ਸਮੁੰਦਰ ਤੋਂ, ਜਿੱਤਾ ਜਨਮ ਅਪਾਰ ਜੀਓ। ਇਹ ਅਪਾਰ ਬਹੁਤ ਕੀਮਤ ਵਾਲਾ, ਅਪਾਰ ਬੇਅੰਤ ਕੀਮਤ ਵਾਲਾ ਮਨੁੱਖਾ ਜਨਮ। ਉਹਨਾਂ ਨੇ ਵਿਸ਼ਿਆਂ ਵਿਕਾਰਾਂ ਦੇ ਜੂਏ 'ਚ ਹਾਰਿਆ ਨਹੀਂ। ਉਹਨਾਂ ਨੇ ਮਨੁੱਖਾ ਜਨਮ ਇਹ ਬਾਜੀ ਜਿੱਤ ਕੇ ਸੰਸਾਰ ਤੋਂ ਪਾਰ ਹੋਏ ਨੇ। ਇਹ ਜਨਮ ਜਿੱਤ ਲਿਆ ਹੈ, ਭਾਵ ਕਿ ਜੀਵਨ ਸਫਲਾ ਕਰ ਲਿਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਝ ਮਹੱਲਾ ਪੰਜਵਾਂ ਘਰ ਤੀਜਾ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ਕ, ਸਤ ਚੇਤਨ ਆਨੰਦ ਸਰੂਪ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ ਹੈ। ਇਹ ਬੀਜ ਰੂਪ ਮੰਗਲ ਉਚਾਰਿਆ ਹੈ। ਮਾਝ ਮਹੱਲਾ ਪੰਜਵਾਂ ਘਰ ਤੀਜਾ। ਮਾਝ ਰਾਗ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਰਾਗ ਦੇ ਘਰ ਤੀਜੇ ਸੁਰ ਤਾਲ ਅੰਦਰ ਇਹ ਸ਼ਬਦ ਉਚਾਰਨ ਕਰ ਰਹੇ ਹਨ। ਅਸ਼ਟਪਦੀ ਹੈ, ਪਰ ਇਹ ਇੱਕ ਇੱਕ ਪੰਕਤੀ ਦਾ ਪਦ ਹੈ ਇਸ ਅਸ਼ਟਪਦੀ ਦੇ ਅੰਦਰ, ਔਰ ਇਹ ਮਾਝ ਰਾਗ ਦੀ ਅਖੀਰਲੀ ਅਸ਼ਟਪਦੀ ਹੈ। ਇਉਂ ਪਹਿਲੀ ਅਸ਼ਟਪਦੀ ਸਤਿਗੁਰੂ ਨਾਨਕ ਦੇਵ ਜੀ ਦੀ ਹੈ। 32 ਅਸ਼ਟਪਦੀਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਹਨ, ਅਤੇ ਉਸ ਤੋਂ ਅੱਗੇ ਜਿਹੜੀਆਂ ਅਸ਼ਟਪਦੀਆਂ ਹਨ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ, ਕੁੱਲ 6। ਅਤੇ ਕੁੱਲ ਅਸ਼ਟਪਦੀਆਂ ਇਸ ਮਾਝ ਰਾਗ ਅੰਦਰ 39 ਹਨ, 30 9 39। ਅਤੇ ਸਤਿਗੁਰੂ ਮਹਾਰਾਜ ਇਹ ਅਖੀਰਲੀ ਅਸ਼ਟਪਦੀ ਧੰਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਨੇ। ਹਰ ਜਪ ਜਪੇ ਮਨ ਧੀਰੇ। ਹਰੀ ਪਰਮੇਸ਼ਰ ਅਕਾਲ ਪੁਰਖ ਨੂੰ ਜਪ ਕੇ ਜਪਦਿਆਂ ਹਰੀ ਦਾ ਜਪ ਕੇ ਮਨ ਦੇ ਅੰਦਰ ਧੀਰਜ ਆ ਗਿਆ ਹੈ। ਹਰ ਜਪ ਜਪੇ ਮਨ ਧੀਰੇ। ਹਰੀ ਨੂੰ ਜਪ ਕੇ ਮਨ ਦੇ ਅੰਦਰ ਧੀਰਜ ਆ ਜਾਂਦਾ ਹੈ। ਰਹਾਓ ਸਿਮਰ ਸਿਮਰ ਗੁਰਦੇਓ, ਮਿਟ ਗਏ ਭੈ ਦੂਰੇ। ਗੁਰਦੇਓ ਗੁਰ ਪੂਜਨੀਕ ਦੇਵ ਪ੍ਰਕਾਸ਼ ਰੂਪ। ਗੁਰਾਂ ਨੂੰ ਜਪਿਆ ਜਾਂ ਅਕਾਲ ਪੁਰਖ ਨੂੰ ਜਪਿਆ ਇੱਕੋ ਹੀ ਸਰੂਪ ਨੇ। ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰਦੇਵ ਅਕਾਲ ਪੁਰਖ ਨੂੰ ਵੀ ਕਿਹਾ ਹੈ। ਸੋ ਇਸ ਪ੍ਰਕਾਰ ਐਸੇ ਗੁਰਦੇਵ ਪੂਜਨੀਕ ਗੁਰ ਵੱਡੇ ਦੇਵ ਪ੍ਰਕਾਸ਼ ਰੂਪ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਯਾਦ ਕਰ ਕੇ ਮਿਟ ਗਏ ਭੈ ਦੂਰੇ। ਸਾਰੇ ਡਰ ਮਿਟ ਗਏ ਹਨ, ਸਾਰੇ ਭੈ ਦੂਰ ਹੋ ਗਏ ਹਨ। ਸਰਨ ਆਵੈ ਪਾਰ ਬ੍ਰਹਮ ਕੀ, ਤਾਂ ਫਿਰ ਕਾਹੇ ਝੂਰੇ। ਜਿਹੜਾ ਜੀਵ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਜੋ ਬ੍ਰਹਮ ਸ਼ੁੱਧ ਸਰੂਪ ਹੈ ਵਾਹਿਗੁਰੂ, ਉਸ ਦੀ ਸ਼ਰਨ ਵਿੱਚ ਆ ਜਾਂਦਾ, ਤਾਂ ਫਿਰ ਕਾਹੇ ਝੂਰੇ। ਤਾਂ ਫਿਰ ਉਹਨੇ ਕਾਹਦੇ ਵਾਸਤੇ ਝੂਰਨਾ ਹੈ। ਭਾਵ ਕਿ ਉਹਦਾ ਝੂਰਨਾ, ਫਿਕਰ ਸੋਗ ਚਿੰਤਾ ਕਰਨੀ ਇਹ ਮੁੱਕ ਜਾਂਦਾ ਹੈ। ਜੋ ਮਨੋਂ ਪਰਮਾਤਮਾ ਦੀ ਸ਼ਰਨ 'ਚ ਆਇਆ ਉਹਨੂੰ ਚਿੰਤਾ ਨਹੀਂ ਰਹਿੰਦੀ, ਉਹਨੂੰ ਕੋਈ ਝੋਰਾ ਨਹੀਂ ਰਹਿ ਜਾਂਦਾ, ਉਹ ਝੂਰਦਾ ਨਹੀਂ ਹੈ, ਅਫਸੋਸ ਨਹੀਂ ਕਰਦਾ, ਕਿਉਂਕਿ ਜੀਵਨ ਤਾਂ ਸਫਲਾ ਹੋਇਆ। ਅਸੀਂ ਸੰਸਾਰ ਦੇ ਧੰਦਿਆਂ 'ਚ ਪਹਿਲਾਂ ਗਲਤਾਨ ਰਹਿੰਦੇ ਹਾਂ, ਅਤੇ ਫਿਰ ਅਖੀਰਲੀ ਉਮਰੇ ਜਾ ਕੇ ਅਸੀਂ ਝੂਰਦੇ ਹਾਂ ਵੀ ਜੀਵਨ ਦਾ ਲਾਭ ਨਹੀਂ ਖੱਟਿਆ, ਵਿਅਰਥ ਹੀ ਚਲਾ ਗਿਆ। ਚਰਨ ਸੇਵ ਸੰਤ ਸਾਧ ਕੇ। ਇੱਕ ਹੋਰ ਬਚਨ ਯਾਦ ਆ ਗਿਆ, ਭਾਈ ਵੀਰ ਸਿੰਘ ਨੇ ਲਿਖਿਆ ਵੀ ਮਨੁੱਖ ਦਾ ਸੁਭਾਅ ਹੈ, ਇਹ ਜਿਹੜੀ ਲੰਘ ਚੁੱਕੀ ਉਮਰ ਹੈ ਉਸ ਨੂੰ ਚੇਤੇ ਕਰਕੇ ਝੂਰਦਾ ਹੈ, ਪਛਤਾਉਂਦਾ ਹੈ, ਅਤੇ ਆਉਣ ਵਾਲੇ ਦੀ ਵੀ ਚਿੰਤਾ 'ਚ ਇਹ ਗਰਸਿਆ ਹੋਇਆ, ਅਤੇ ਇਸ ਤਰ੍ਹਾਂ ਇਹ ਵਰਤਮਾਨ ਨੂੰ ਖਰਾਬ ਕਰ ਰਿਹਾ। ਇਹਦਾ ਪਹਿਲਾਂ ਵੀ ਅਰਥ ਗਿਆ, ਵਰਤਮਾਨ ਵੀ ਖਰਾਬ ਹੋ ਰਿਹਾ, ਅਤੇ ਆਉਣ ਵਾਲਾ ਵੀ ਜਿਹਦੀ ਚਿੰਤਾ 'ਚ ਪਿਆ ਹੋਇਆ ਉਹ ਵੀ ਵਿਅਰਥ ਚਲਾ ਜਾਏਗਾ। ਅਗਰ ਜੇ ਵਰਤਮਾਨ ਨੂੰ ਜੀਵ ਸੰਭਾਲ ਲੈ, ਜਦੋਂ ਉਪਦੇਸ਼ ਮਿਲ ਗਿਆ ਉਦੋਂ ਹੀ ਇਸ ਪਾਸੇ ਲੱਗ ਜਾਏ, ਵਰਤਮਾਨ ਨੂੰ ਸਾਂਭ ਲੈ, ਅਤੇ ਫਿਰ ਆਉਣ ਵਾਲਾ ਭਵਿੱਖ ਤਾਂ ਆਪਣੇ ਆਪ ਹੀ ਸਾਂਭਿਆ ਗਿਆ, ਅਤੇ ਜੋ ਪਹਿਲਾਂ ਗੁਜ਼ਰ ਚੁੱਕਾ ਹੈ ਉਹ
ਮੁਆਫ ਹੋ ਜਾਏਗਾ। ਜੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਪਹਿਲੀ ਉਮਰ ਗੁਜ਼ਰੀ ਹੈ ਤੇ ਉਹ ਮੁਆਫੀ ਮਿਲ ਸਕਦੀ, ਪਰ ਜੇ ਵਰਤਮਾਨ ਨੂੰ ਸਾਂਭ ਲਈਏ ਤਾਂ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਕੱਲ ਬਤੀਤ ਹੋ ਚੁੱਕੀ ਜੋ ਹੈ ਉਹ ਤਾਂ ਵਸ ਤੋਂ ਦੂਰ ਚਲੇਗੀ ਨਾ, ਆਪਣੇ ਵਸ ਵਿੱਚ ਰਹੀ ਨਹੀਂ, ਉਹ ਤਾਂ ਮੁੜ ਨਹੀਂ ਆਉਣੀ। ਤੇ ਭਲਕ ਜਿਹੜਾ ਆਉਣ ਵਾਲਾ ਭਲਕ ਕੱਲ ਹੈ ਉਹ ਅਜੇ ਹੱਥਾਂ ਦੇ ਵਿੱਚ ਨਹੀਂ ਆਇਆ। ਅੱਜ ਸਾਡੇ ਪਾਸ ਵਿੱਚ ਪਰ ਫਿਕਰਾਂ ਲਾਈ, ਅੱਜ ਦਾ ਹੁਣ ਦਾ ਸਮਾਂ ਸਾਡੇ ਕੋਲ ਹੈ ਪਰ ਇਹਨੂੰ ਅਸੀਂ ਫਿਕਰਾਂ ਝੋਰਿਆਂ ਚਿੰਤਾਵਾਂ 'ਚ ਲਾਇਆ ਹੋਇਆ। ਹੋ ਸੰਭਲ ਸੰਭਾਲ ਇਸ ਅੱਜ ਨੂੰ, ਭਾਈ ਸਾਹਿਬ ਕਹਿੰਦੇ ਨੇ ਅੱਜ ਨੂੰ ਸੰਭਾਲ ਲੈ, ਸਾਂਭ ਲੈ, ਸੰਭਲ ਜਾ ਸਾਂਭ ਲੈ। ਇਹ ਬੀਤੇ ਮਹਾਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਹੁੰਦਿਆਂ। ਇਹ ਵਾਹਿਗੁਰੂ ਦੀ ਇਬਾਦਤ ਵਿੱਚ ਜੇ ਬਤੀਤ ਹੋ ਜਾਏ ਤੇ ਫਿਰ ਹੈ ਤੇਰਾ ਜੀਵਨ ਸਫਲਾ। ਜਿਹੜਾ ਕਰਤਾਰ ਅਕਾਲ ਪੁਰਖ ਪਾਰ ਬ੍ਰਹਮ ਦੀ ਸ਼ਰਨ 'ਚ ਆ ਜਾਂਦਾ ਉਹਨੇ ਫਿਰ ਕਾਹਦੇ ਵਾਸਤੇ ਝੂਰਨਾ ਹੋਇਆ। ਚਰਨ ਸੇਵ ਸੰਤ ਸਾਧ ਕੇ, ਹਜ਼ੂਰ ਸਿੱਖਿਆ ਦਿੰਦੇ ਨੇ ਵੀ ਸੰਤ ਸ਼ਾਂਤ ਆਤਮਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਔਰ ਸਾਧ ਮਨ ਨੂੰ ਸਾਧਣ ਵਾਲੇ, ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਨਾ ਸਾਧੇ ਜਾਣ ਵਾਲੇ ਮਨ ਨੂੰ ਜਿਸਨੇ ਸਾਧ ਲਿਆ ਹੈ ਉਹ ਸਾਧ ਸਦਵਾਇਆ। ਚਰਨ ਸੇਵ ਸੰਤ ਸਾਧ ਕੇ, ਸਾਧੂ ਸੰਤ ਦੇ ਚਰਨਾਂ ਨੂੰ ਸੇਵ, ਭਾਵ ਚਰਨਾਂ ਦੀ ਸੇਵਾ ਕਰ, ਭਾਵ ਨਿਮਰਤਾ ਰੱਖ ਕੇ ਉਹਨਾਂ ਦੀ ਸੰਗਤ ਕਰ। ਸਗਲ ਮਨੋਰਥ ਪੂਰੇ, ਇੱਥੋਂ ਸਾਰੇ ਮਨੋਰਥ ਹੀ ਪੂਰਨ ਹੋ ਜਾਣਗੇ। ਇਸ ਪ੍ਰਕਾਰ ਜੇ ਕੋਈ ਚਾਹੁੰਦਾ ਕਿ ਮੈਨੂੰ ਸੋਭਾ ਮਿਲੇ ਤਾਂ ਫਿਰ ਉਹ ਵੀ ਵਾਹਿਗੁਰੂ ਦੀ ਸ਼ਰਨ 'ਚ ਆ ਜਾਏ, ਸਤਸੰਗਤ ਕਰੇ। ਧਨ ਚਾਹੁੰਦਾ ਉਹ ਮਿਲ ਜਾਏਗਾ। ਜੋ ਕੁਛ ਵੀ ਪਦਾਰਥ ਚਾਹੀਦੇ ਨੇ ਉਹ ਮਿਲਦੇ ਹਨ ਵਾਹਿਗੁਰੂ ਦੀ ਸ਼ਰਨ ਆਉਣ ਨਾਲ, ਸਤਸੰਗਤ ਕਰਨ ਨਾਲ, ਭਜਨ ਕਰਨ ਨਾਲ, ਸੇਵਾ ਕਰਨ ਨਾਲ। ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ। ਘਟ ਘਟ ਹਿਰਦਿਆਂ 'ਚ ਇੱਕੋ ਇੱਕ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਵਾਲ ਆਕਾਸ਼, ਧਰਤੀ ਤੋਂ ਲੈ ਕੇ ਆਕਾਸ਼ ਤੱਕ ਜਿਹੜਾ ਪੁਲਾੜ ਹੈ, ਸਾਰੇ ਪਾਸੇ ਵਾਹਿਗੁਰੂ ਜੀ ਪਰਿਪੂਰਨ ਹੋ ਰਹੇ ਨੇ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਦਸਮ ਪਾਤਸ਼ਾਹ ਕਹਿੰਦੇ ਜਿਵੇਂ ਉਹ ਜ਼ਮਾਨ ਕੇ ਵਿਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ। ਔਰ ਜਿਨ੍ਹਾਂ ਨੇ ਸੰਤ ਜਨਾਂ ਦੀ ਸੰਗਤ ਪ੍ਰਾਪਤ ਕੀਤੀ, ਸੰਤ ਜਨਾਂ ਦੀ ਧੂੜ ਮਸਤਕ ਤੇ ਲਾਈ ਤੇ ਸੰਤਾਂ ਦੀ ਸੰਗਤ 'ਚ ਰਹਿ ਕੇ ਪਾਪਾਂ ਦਾ ਨਾਸ਼ ਕਰਨ ਵਾਲਾ ਵਾਹਿਗੁਰੂ ਸੇਵਿਆ ਸਿਮਰਿਆ ਹੈ, ਉਹ ਜੀਵ ਪਵਿੱਤਰ ਹੋ ਗਿਆ ਹੈ। ਸੰਤ ਜਨਾਂ ਕੀ ਧੂੜ ਮਸਤਕ ਲਾਈ ਹੈ। ਸੋ ਇਸ ਪ੍ਰਕਾਰ ਭਾਵਨਾ ਰੱਖਣੀ, ਸਤਿਕਾਰ ਕਰਨਾ ਪ੍ਰਮਾਤਮਾ ਦੇ ਨਾਮ ਕਰਕੇ। ਸੋ ਇਸ ਤਰ੍ਹਾਂ ਸੰਤਾਂ ਦੀ ਧੂੜ ਪ੍ਰਾਪਤ ਕਰਕੇ ਜੋ ਉਹਨਾਂ ਦੇ ਅਨੁਸਾਰੀ ਹੋ ਗਏ, ਉਹਨਾਂ ਦੇ ਅਨੁਸਾਰ ਹੋ ਕੇ ਚੱਲੇ, ਪ੍ਰਮਾਤਮਾ ਜੋ ਪਾਪਾਂ ਦਾ ਨਾਸ਼ ਕਰਨ ਵਾਲਾ ਉਹ ਸਿਮਰਿਆ, ਤਾਂ ਫਿਰ ਉਹ ਜੀਵ ਪਵਿੱਤਰ ਹੋ ਗਏ। ਸਭ ਛਡਾਈ ਖਸਮ ਆਪ, ਹਰ ਜਪ ਭਈ ਠਰੂਰੇ। ਉਹ ਸਾਰੀ ਸ੍ਰਿਸ਼ਟੀ ਜਿਹੜੀ ਇੰਜ ਸੰਤ ਸਤਿਗੁਰਾਂ ਦੀ ਚਰਨ ਧੂੜ ਨੂੰ ਪ੍ਰਾਪਤ ਕਰਕੇ ਸਿਮਰਨ ਕਰਨ ਲੱਗ ਪਈ, ਉਹ ਸਾਰੀ ਦੀ ਸਾਰੀ ਖਸਮ ਪਰਮਾਤਮਾ ਅਕਾਲ ਪੁਰਖ ਨੇ ਪਾਪਾਂ ਤੋਂ, ਵਿਕਾਰਾਂ ਤੋਂ, ਜੰਮਣ ਮਰਨ ਤੋਂ, ਜਮਾਂ ਤੋਂ ਸਾਰੀ ਸ੍ਰਿਸ਼ਟੀ ਛਡਾ ਲਈ। ਹਰ ਜਪ ਭਈ ਠਰੂਰੇ, ਜਿਹੜੀ ਸ੍ਰਿਸ਼ਟੀ ਹਰੀ ਪਰਮਾਤਮਾ ਨੂੰ ਜਪ ਜਪ ਕੇ, ਠਰੂਰੇ ਠਰਨਾ ਭਾਵ ਠੰਡ, ਠਰੂਰੇ ਠੰਡੀ ਠਾਰ ਭਾਵ ਕਿ ਸੀਤਲ ਹੋ ਗਈ। ਵਿਕਾਰਾਂ ਦੀ ਤਪਸ਼ ਤੋਂ ਜਿਹੜੀ ਸ੍ਰਿਸ਼ਟੀ ਹਰੀ ਨੂੰ ਜਪ ਕੇ ਠਰੂਰੇ ਸ਼ਾਂਤ ਹੋ ਗਈ, ਸੀਤਲ ਹੋ ਗਈ, ਉਹ ਸਾਰੀ ਸ੍ਰਿਸ਼ਟੀ ਮਾਨੋ ਪਰਮਾਤਮਾ ਨੇ ਛਡਾ ਲਈ ਹੈ ਵਿਕਾਰਾਂ ਪਾਪਾਂ ਤੋਂ। ਕਰਤੈ ਕੀਆ ਤਪਾਵਸੋ, ਦੁਸ਼ਟ ਮੋਏ ਹੋਏ ਮੂਰੇ। ਕਰਤੇ ਅਕਾਲ ਪੁਰਖ ਨੇ ਅੰਤ ਨੂੰ ਤਪਾਵਸੋ ਨਿਆਂ ਕੀਤਾ। ਤਪਾਵਸ ਦਾ ਅਰਥ ਹੈ ਨਿਆਂ। ਪਰਮਾਤਮਾ ਨੇ ਅਦਲ ਕੀਤਾ, ਨਿਆਂ ਕੀਤਾ। ਦੁਸ਼ਟ ਮੋਏ ਹੋਏ ਮੂਰੇ, ਜਿਹੜੇ ਦੁਸ਼ਟ ਸੀ ਨਾ, ਵੈਰੀ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਉਹ ਮੂਰੇ ਗੂੰਗੇ ਹੋ ਗਏ, ਮਰੇ।
ਤੇ ਮੂਹਰੇ ਮੈਨੇ ਮੂੜੇ ਮੂਰਖ। ਤੇ ਮੂਰੇ ਜਿਵੇਂ ਆਮ ਕਹਾਵਤ ਆ ਪੰਜਾਬ 'ਚ, ਅੰਨਾ ਮੂਰਾ ਜਾਂ ਅੰਨੀ ਮੂਰੀ। ਇੱਕ ਤਾਂ ਅੱਖਾਂ ਤੋਂ ਅੰਨਾ ਹੋਏ ਵਿਅਕਤੀ ਤੇ ਜ਼ਬਾਨ ਤੋਂ ਗੂੰਗਾ ਏ ਤੇ ਉਹਨੂੰ ਕੰਨਾਂ ਤੋਂ ਸੁਣਦਾ ਵੀ ਨਹੀਂ ਹੁੰਦਾ, ਤਾਂ ਆਮ ਤੌਰ 'ਤੇ ਜੋ ਗੂੰਗਾ ਬੋਲਾ ਵੀ ਹੁੰਦਾ। ਸੋ ਇਸ ਪ੍ਰਕਾਰ ਇਹ ਮੂਰੇ ਸ਼ਬਦ ਗੂੰਗਿਆਂ ਵਾਸਤੇ ਹੈ। ਦੁਸ਼ਟ ਮੋਏ ਹੋਏ ਮੂਰੇ, ਦੁਸ਼ਟ ਜਿਹੜੇ ਵੈਰੀ ਸੀ, ਕਾਮ ਕ੍ਰੋਧ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਐਸੀ ਭੈੜੀ ਮੌਤੇ ਮਰੇ। ਗੂੰਗੇ ਹੋ ਗਏ, ਮਰ ਗਏ, ਬੋਲਣ ਜੋਗੇ ਨਾ ਰਹੇ। ਅੰਦਰੋਂ ਇਹਨਾਂ ਦਾ ਫੁਰਨਾ ਆਉਣਾ ਬੰਦ ਹੋ ਗਿਆ। ਇਹ ਜਿਹੜੇ ਅੰਦਰ ਬੋਲਦੇ ਸੀ ਨਾ, ਕਦੇ ਕਾਮ ਦਬ ਲੈਂਦਾ ਸੀ, ਕਦੇ ਕ੍ਰੋਧ ਹਾਵੀ ਹੋ ਜਾਂਦਾ ਸੀ, ਇਹ ਸੂਰਮੇ ਬਣ ਕੇ ਅੰਦਰ ਗੱਜਦੇ ਪਏ ਸਨ। ਇਹ ਮੂਹਰੇ ਗੂੰਗੇ ਹੋ ਕੇ ਮਰ ਗਏ। ਸੋ ਇਸੇ ਪ੍ਰਕਾਰ ਜਿਹੜੇ ਬਾਹਰੀ ਤੌਰ 'ਤੇ ਵੀ ਦੁਸ਼ਟ ਵੈਰੀ ਸੀ, ਉਹ ਜਿਵੇਂ ਸਤਿਗੁਰਾਂ ਦੇ ਪ੍ਰਤੀ ਕਈ ਸੁਲਹੀ ਖਾਂ, ਸਲੱਬੀ ਖਾਂ ਆਦਿਕ ਵੈਰੀ ਬਣਦੇ ਰਹੇ, ਉਹ ਮੂਹਰੇ ਉਹ ਹੋ ਕੇ ਗੂੰਗੇ ਬੋਲੇ ਤੇ ਮਰ ਗਏ। ਨਾਨਕ ਰਤਾ ਸੱਚ ਨਾਏ, ਹਰ ਵੇਖੈ ਸਦਾ ਹਜੂਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਅਸ਼ਟਪਦੀ ਸੰਪੂਰਨ ਕਰ ਰਹੇ ਨੇ ਕਿ ਜਿਹੜਾ ਪ੍ਰਮਾਤਮਾ ਦੇ ਸੱਚ ਸਰੂਪ ਵਾਹਿਗੁਰੂ ਦੇ ਸੱਚੇ ਨਾਮ ਵਿੱਚ ਰੱਤਾ ਗਿਆ, ਰੰਗਿਆ ਗਿਆ, ਹਰ ਵੇਖੈ ਸਦਾ ਹਜੂਰੇ, ਉਹ ਹਰੀ ਪ੍ਰਮਾਤਮਾ ਨੂੰ ਸਦਾ ਵਾਸਤੇ ਹਜੂਰੇ ਸਾਹਮਣੇ ਤੱਕਦਾ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ। ਦਸਮ ਪਾਤਸ਼ਾਹ ਕਹਿੰਦੇ ਨੇ ਕਿ ਜੋ ਆਪ ਜੀ ਜ਼ਾਹਰ ਪ੍ਰਗਟ ਜ਼ਹੂਰ ਪ੍ਰਤਾਪ ਵਾਲੇ ਹੋ, ਹਾਜ਼ਰ ਨੇੜੇ ਹੋ ਤੇ ਹਜੂਰ ਸਾਹਮਣੇ ਹੋ। ਸੋ ਇਸ ਪ੍ਰਕਾਰ ਬੰਦਗੀ ਕਰਕੇ ਇਹ ਦਾਤ ਮਿਲਦੀ ਹੈ। ਇੱਕ ਦੋ ਬਚਨ ਆਪ ਜੀ ਨਾਲ ਸਾਂਝੇ ਕਰਾਂ। ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਉਹ ਤੁਰੇ ਜਾ ਰਹੇ ਸੀ ਤੇ ਉਹਨਾਂ ਨੂੰ ਇੱਕ ਭੁਜੰਗੀ ਸਿੰਘ, ਸ਼ਾਇਦ ਉਹਦਾ ਨਾਮ ਨਛੱਤਰ ਸਿੰਘ, ਮੈਂ ਸੁਣਿਆ ਕਿ ਉਹ ਜਾਪ ਸਾਹਿਬ ਦਾ ਪਾਠ ਜ਼ਬਾਨੀ ਸੁਣਾ ਰਿਹਾ ਸੀ। ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਆਏ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ, ਤੇ ਮਹਾਂਪੁਰਖ ਰੁਕ ਗਏ ਤੇ ਇੱਕਦਮ ਉਹਨਾਂ ਦਾ ਚਿਹਰਾ ਲਾਲ ਸੁਰਖ ਹੋ ਗਿਆ। ਤੇ ਭੁਜੰਗੀ ਸਿੰਘ ਨੂੰ ਉਹਨਾਂ ਨੇ ਪੁੱਛਿਆ, ਭੁਜੰਗੀ ਸਿੰਘਾ ਤੈਨੂੰ ਕੁਝ ਦਿਸਿਆ, ਕੁਝ ਵੇਖਿਆ? ਕਹਿਣ ਲੱਗਾ ਜੀ ਨਹੀਂ। ਕਹਿੰਦੇ ਆ ਮੇਰੇ ਚਿਹਰੇ ਵੱਲ ਵੇਖ ਭਲਾ ਕੀ ਹੋਇਆ? ਕਹਿਣ ਲੱਗਾ ਜੀ ਲਾਲ ਸੁਰਖ ਹੋਇਆ। ਤਾਂ ਮਹਾਂਪੁਰਸ਼ ਕਹਿਣ ਲੱਗੇ ਜਦੋਂ ਤੂੰ ਇਹ ਬਚਨ ਪੜ੍ਹੇ ਸੀ ਤਾਂ ਦਾਸ ਦੇ ਮਨ ਅੰਦਰ ਇਹ ਫੁਰਨਾ ਆਇਆ ਕਿ ਮਹਾਰਾਜ ਇਹ ਤੁਹਾਡੇ ਬਚਨ ਹਨ ਤਾਂ ਦਰਸ਼ਨ ਬਖਸ਼ੋ। ਤੁਸੀਂ ਤਾਂ ਕਿਹਾ, ਆਪ ਹੀ ਕਿਹਾ ਕਿ ਜ਼ਾਹਰ ਜ਼ਹੂਰ ਤੇ ਹਾਜ਼ਰ ਹਜੂਰ। ਤਾਂ ਉਸੇ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਰੂਪ ਸਾਹਮਣੇ ਪ੍ਰਗਟ ਹੋਇਆ ਸੀ। ਇਹ ਉਹਨਾਂ ਦਾ ਪ੍ਰਕਾਸ਼ ਮੇਰੇ ਚਿਹਰੇ 'ਤੇ ਪਿਆ ਤਾਂ ਚਿਹਰਾ ਲਾਲ ਸੁਰਖ ਹੋਇਆ। ਇਸ ਭਾਵਨਾ ਨਾਲ ਹੀ ਇਹ ਬਚਨ ਮਹਾਰਾਜ ਦੇ ਪੜ੍ਹਨੇ ਚਾਹੀਦੇ ਨੇ ਕਿ ਮਹਾਰਾਜ ਸਾਹਮਣੇ ਹਾਜ਼ਰ ਨਾਜ਼ਰ ਪ੍ਰਗਟ ਪ੍ਰਤਾਪ ਵਾਲੇ ਨੇ। ਇਸੇ ਤਰ੍ਹਾਂ ਸੰਤ ਕਰਤਾਰ ਸਿੰਘ ਖਾਲਸਾ ਜੀ ਗਏ ਹਜੂਰ ਸਾਹਿਬ, ਤੇ ਜਦੋਂ ਸੱਚਖੰਡ ਅਸਥਾਨ ਦਾ ਦੂਰੋਂ ਦਰਸ਼ਨ ਹੋਇਆ ਤੇ ਉਹਨਾਂ ਕਮਰ ਕੱਸਾ ਕੀਤਾ ਹੋਇਆ ਸੀ, ਹੱਥ 'ਚ ਤੀਰ ਪਕੜਿਆ ਹੋਇਆ, ਤੇ ਉਹ ਦੌੜ ਪਏ ਤੇ ਬੋਲਦੇ ਜਾਣ ਸਾਹਿਬ ਹਜ਼ੂਰ, ਸਾਹਿਬ ਹਜ਼ੂਰ, ਸਾਹਿਬ ਹਜ਼ੂਰ। ਮਹਿਤੇ ਨਗਰ ਦੇ ਡਾਕਟਰ ਕਰਮ ਸਿੰਘ ਜੀ ਨੇ ਮੈਨੂੰ ਇਹ ਬਚਨ ਸੁਣਾਇਆ ਸੀ ਕਿ ਮੈਂ ਬਾਅਦ ਵਿੱਚ ਪੁੱਛਿਆ ਭਈ ਮਹਾਂਪੁਰਖੋ ਇਸ ਸਥਾਨ ਨੂੰ ਸਾਰੇ ਹਜੂਰ ਸਾਹਿਬ ਕਹਿੰਦੇ ਨੇ, ਤੁਸੀਂ ਉਲਟਾ ਕੇ ਕਿਉਂ ਬੋਲ ਰਹੇ ਸੀ ਸਾਹਿਬ ਹਜੂਰ, ਸਾਹਿਬ ਹਜੂਰ? ਕਹਿੰਦੇ ਮੈਂ ਸਮਝ ਗਿਆ ਸੀ ਕਿ ਉਹਨਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਤਾਂ ਇੰਝ ਬੋਲ ਰਹੇ ਸੀ, ਤੇ ਮੈਂ ਜਾਣ ਕੇ ਪੁੱਛਿਆ ਸੀ, ਉਹਨਾਂ ਮੈਨੂੰ ਜੱਫੀ 'ਚ ਲੈ ਲਿਆ ਤੇ ਕਹਿਣ ਲੱਗੇ ਡਾਕਟਰ ਸਾਹਿਬ, ਸਾਹਿਬ ਤਾਂ ਸਦਾ ਹਜੂਰ ਹੈ ਪਰ ਮਨ ਹਜੂਰ ਨਹੀਂ ਰਹਿੰਦਾ, ਮਨ ਹਜੂਰੀ ਵਿੱਚ ਨਹੀਂ ਰਹਿੰਦਾ। ਮਨ ਪਰਦੇਸੀ ਜੇ ਥੀ ਹੈ ਸਭ ਦੇਸ ਪਰਾਇਆ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਰੱਬ ਨੂੰ, ਪ੍ਰਮਾਤਮਾ ਨੂੰ ਤਾਂ ਦੂਰ ਲਾਂਭੇ ਕਿਤੇ ਜਾ ਕੇ ਲੱਭਣ ਦੀ ਜ਼ਰੂਰਤ ਨਹੀਂ ਹੈ, ਆਪਣੇ ਮਨ ਨੂੰ ਟਿਕਾਉਣ ਦੀ ਲੋੜ ਹੈ। ਵਾਹਿਗੁਰੂ ਦੀ ਹਜ਼ੂਰੀ ਅੰਦਰ ਮਨ ਨੂੰ ਟਿਕਾਉਣ ਦੀ ਲੋੜ ਹੈ। ਜਿੱਥੇ ਵੀ ਅਸੀਂ ਵਾਹਿਗੁਰੂ ਨੂੰ ਨਾਮ ਜਪ ਰਹੇ ਹਾਂ, ਯਾਦ ਕਰ ਰਹੇ ਹਾਂ, ਇਸੀ ਭਾਵਨਾ ਚਾਹੀਦੀ ਆ ਕਿ ਮੈਂ ਹਜ਼ੂਰੀ ਵਿੱਚ ਹਾਂ। ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਬਚਨ ਲਿਖਿਆ, ਇੱਕ ਤਾਂ ਜਾਪ ਕਰਨ ਵਾਲੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਪ੍ਰਮਾਤਮਾ ਤੇ ਦ੍ਰਿੜ ਨਿਸ਼ਚਾ ਰੱਖੇ। ਹੈ ਦਾ ਭਾਵ, ਪਹਿਲਾ ਬਚਨ ਹੈ ਦਾ ਭਾਵ, ਆਸਤਕਤਾ ਇੱਥੋਂ ਸ਼ੁਰੂ ਹੁੰਦੀ ਕਿ ਪ੍ਰਮਾਤਮਾ ਹੈ, ਇਹ ਦ੍ਰਿੜ ਨੂੰ ਹੋਣਾ ਚਾਹੀਦਾ ਅੰਦਰ। ਤੇ ਦੂਸਰਾ ਹਜ਼ੂਰੀ ਦਾ ਜਾਪ, ਇਹ ਨਹੀਂ ਵੀ ਲੋਕ ਕੰਮ ਕਰ ਛੱਡ ਕੇ ਤੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਰਹਿਣ, ਇਹਦਾ ਮਤਲਬ ਇਹ ਨਹੀਂ।
ਹਜ਼ੂਰੀ ਦਾ ਜਾਪ ਕਿ ਮਨ ਜਿਹੜਾ ਹੈ ਸਦਾ ਹਜ਼ੂਰੀ 'ਚ ਰੱਖਣਾ। ਜਦੋਂ ਜਾਪ ਕਰਨਾ ਖਾਸ ਕਰਕੇ ਉਦੋਂ ਇੰਝ ਕਿ ਵਾਹਿਗੁਰੂ ਇੱਥੇ ਵੀ ਮੌਜੂਦ ਆ, ਜਿੱਥੇ ਮੈਂ ਜਪ ਰਿਹਾ ਬਿਲਕੁਲ ਮਹਾਰਾਜ ਮੇਰੇ ਨਜ਼ਦੀਕ ਨੇ, ਮੈਨੂੰ ਸੁਣ ਰਹੇ ਨੇ, ਮੇਰੀ ਫਰਿਆਦ ਨੂੰ ਉਹ ਸੁਣ ਰਹੇ, ਦੂਰ ਤਾਂ ਹੈ ਨਹੀਂ ਕਿਤੇ ਵੀ ਮੈਂ ਜ਼ੋਰ ਉੱਚੀ ਆਵਾਜ਼ ਦੇ ਕੇ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇਹ ਦਿਲ ਹੀ ਭੀਤਰ ਜੋਏ। ਇਹਦਾ ਮਤਲਬ ਇਹ ਨਹੀਂ ਹੈ ਕਿ ਉੱਚੀ ਬੋਲਣਾ ਨਹੀਂ ਵਾਹਿਗੁਰੂ ਦਾ ਨਾਮ, ਅਸੀਂ ਤੇ ਕੀਰਤਨ ਕਰਦੇ ਸੁਣਦੇ ਹਾਂ, ਮਤਲਬ ਸਾਰਿਆਂ ਨੂੰ ਸੁਣੇ, ਸਾਡੇ ਵੀ ਕੰਨਾਂ ਰਾਹੀਂ ਸੁਣ ਕੇ ਸਾਡੇ ਅੰਦਰ ਜਾਏ, ਸਾਡਾ ਵੀ ਮਨ ਸੁਣੇ। ਤੇ ਜੇ ਅਸੀਂ ਬੋਲ ਰਹੇ ਹਾਂ ਤੇ ਹੋਰ ਵੀ ਕੋਈ ਸੁਣ ਲੈ, ਸੁਣੇਗਾ ਮਨ ਤੇ ਮਨ ਹਜ਼ੂਰੀ 'ਚ ਜਾਏਗਾ ਤੇ ਤਾਂ ਹੀ ਬਖਸ਼ਿਸ਼ ਹੋਏਗੀ। ਮਨ ਕੰਨਾਂ ਦੁਆਰਾ ਸੁਣਨਾ ਚਾਹੀਦਾ ਤੇ ਮਨ ਨੂੰ ਮਹਾਰਾਜ ਦੇ ਚਰਨਾਂ ਨਾਲ ਘੇਰ ਕੇ ਜੋੜਨਾ ਚਾਹੀਦਾ। ਨਾਨਕ ਰਤਾ ਸੱਚ ਨਾਏ, ਹਰ ਵੇਖੈ ਸਦਾ ਹਜ਼ੂਰੇ। ਸੱਚ ਸਰੂਪ ਪਰਮਾਤਮਾ ਦੇ ਸੱਚੇ ਨਾਮ ਵਿੱਚ ਜੋ ਰੱਤਾ ਰੰਗਿਆ ਗਿਆ ਹੈ, ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਹ ਹਰੀ ਨੂੰ ਵੇਖਦਾ ਹੈ ਸਦਾ ਹਜ਼ੂਰੇ, ਸਾਹਮਣੇ ਨਜ਼ਦੀਕ ਹਜ਼ੂਰ। ਸੋ ਇਸ ਪ੍ਰਕਾਰ ਇੱਥੇ 39 ਅਸ਼ਟਪਦੀਆਂ ਮਾਝ ਰਾਗ ਦੀਆਂ ਸੰਪੂਰਨ ਹੋਈਆਂ ਹਨ ਔਰ ਪਹਿਲੀ ਅਸ਼ਟਪਦੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਹੈ। 32 ਅਸ਼ਟਪਦੀਆਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਔਰ ਇੱਕ ਅਸ਼ਟਪਦੀ ਸ਼੍ਰੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਅਤੇ ਇਸ ਤਰ੍ਹਾਂ 5 ਅਸ਼ਟਪਦੀਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ, ਮਾਫ ਕਰਨਾ ਮੈਂ ਪਹਿਲਾਂ 6 ਬੋਲੀਆਂ ਸੀ, ਨਹੀਂ 5 ਅਸ਼ਟਪਦੀਆਂ ਸ਼੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇਸ ਤੋਂ ਅੱਗੇ 12 ਮਹਾਨਾਮੇ ਬਾਣੀ ਜੋ ਮਾਝ ਰਾਗ ਵਿੱਚ ਹੈ, ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ, ਉਸ ਦੀ ਵਿਚਾਰ ਆਰੰਭ ਹੋਵੇਗੀ। ਅੱਜ ਦੇ ਸਮੇਂ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।